ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਦੇ ਅੰਦਰ ਬਹੁਤ ਹੀ ਅਦਬ ਇਕਾਗਰਤਾ ਸਹਿਤ ਸਜ ਬੈਠੀ ਸਨਮਾਨਯੋਗ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਕਿਰਪਾਲਤਾ ਹੋਈ। ਗੁਰੂ ਦਰਬਾਰ ਦੇ ਅੰਦਰ ਜੁੜ ਮਿਲ ਕੇ ਸਤ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਦਰ ਘਰ ਦੇ ਨਿਤਨੇਮ ਅਨੁਸਾਰ ਆਪ ਜੀ ਸਤਿਗੁਰੂ ਜੀ ਦੀ ਪਾਵਨ ਬਾਣੀ ਆਸਾ ਕੀ ਵਾਰ ਦਾ ਸ਼ਬਦ ਕੀਰਤਨ ਭਾਈ ਸਾਹਿਬ ਭਾਈ ਜਸਪ੍ਰੀਤ ਸਿੰਘ ਤਿੰਨਾਂ ਦੇ ਜਥੇ ਪਾਸੋਂ ਸਰਵਣ ਕਰਕੇ ਹਟੇ ਹੋ। ਹੁਣ ਆਪਾਂ ਯਤਨ ਕਰਾਂਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਦੀ ਸਾਂਝ ਆਪਸ ਵਿੱਚ ਪਾ ਸਕੀਏ। ਸਤਿਗੁਰੂ ਦੇ ਪਾਵਨ ਬਚਨਾਂ ਨੂੰ ਸੌਖੇ ਤੋਂ ਸੌਖੇ ਰੂਪ ਦੇ ਵਿੱਚ ਅਰਥਾ ਕੇ ਉਹਨਾਂ ਦੇ ਵਿੱਚੋਂ ਪ੍ਰਾਪਤ ਹੋਣ ਵਾਲੀਆਂ ਸੇਧਾਂ, ਪ੍ਰਾਪਤ ਹੋਣ ਵਾਲੀਆਂ ਸਿੱਖਿਆਵਾਂ, ਉਪਦੇਸ਼, ਉਹਨਾਂ ਨੂੰ ਆਪਾਂ ਆਪਣੀ ਸੁਰਤ ਦੇ ਵਿੱਚ, ਆਪਣੀ ਮੱਤ ਦੇ ਵਿੱਚ ਟਿਕਾਉਣ ਦਾ ਯਤਨ ਕਰੀਏ। ਸੋ ਸਾਧ ਸੰਗਤ, ਪ੍ਰਕਰਨ ਜੋ ਚੱਲ ਰਿਹਾ ਹੈ, ਸ਼ਬਦ ਸ਼ੇਖ ਫਰੀਦ ਜੀ ਮਹਾਰਾਜ ਦੇ ਹਨ ਸਲੋਕਾਂ ਦੇ ਰੂਪ ਦੇ ਵਿੱਚ। 1384 ਨੰਬਰ ਅੰਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਤੇ ਕੱਲ ਤੱਕ ਆਉਂਦਿਆਂ ਆਪ ਜੀ ਨੇ 121 ਨੰਬਰ ਸਲੋਕ ਤੱਕ ਵਿਚਾਰ ਸਰਵਣ ਕੀਤੀ ਸੀ। ਹੌਂ ਟੁੰਡੇਂਦੀ ਸੱਜਣਾ ਸੱਜਣ ਮੈਂਡੇ ਨਾਲ, ਨਾਨਕ ਅਲਖ ਨਾ ਲਖੀਐ ਗੁਰਮੁਖ ਦੇ ਦਿਖਾਲ। ਕਿਉਂਕਿ ਇਹਨਾਂ ਸਲੋਕਾਂ ਦੇ ਵਿੱਚ ਵਿਆਖਿਆ ਚੱਲ ਰਹੀ ਹੈ ਸ਼ੇਖ ਫਰੀਦ ਜੀ ਦੇ ਸਲੋਕ ਦੀ। ਤਨ ਤਪੈ ਤਨੂਰ ਜਿਉਂ ਬਾਲਣ ਹੱਡ ਬਲਨ, ਪੈਰੀਂ ਥੱਕਾਂ ਸਿਰ ਜੁਲਾਂ ਜੇ ਮੂੰਹ ਪਿਰੀ ਮਿਲਨ। ਇਸ ਸਲੋਕ ਦੀ ਵਿਆਖਿਆ ਚੱਲ ਰਹੀ ਸੀ। ਸਲੋਕ ਦੇ ਅੰਦਰ ਸ਼ੇਖ ਫਰੀਦ ਜੀ ਮਹਾਰਾਜ ਨੇ ਜੋ ਭਾਵ ਬਖਸ਼ਿਸ਼ ਕੀਤਾ, ਜੋ ਉਪਦੇਸ਼ ਦਿੱਤਾ, ਕਿਧਰੇ ਥੋੜ੍ਹੀ ਮੱਤ ਵਾਲਾ ਇਨਸਾਨ ਉਸ ਦਾ ਭਾਵ ਗੁਰਮਤ ਤੋਂ ਪਰੇ ਜਾ ਕੇ ਨਾ ਸਮਝ ਲਵੇ। ਇਸ ਲਈ ਗੁਰੂ ਜੀ ਨੇ ਆਪਣਾ ਸਲੋਕ ਨਾਲ ਉਚਾਰਨਾ ਕੀਤਾ, ਤਨ ਨਾ ਤਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਲ, ਸਿਰ ਪੈਰੀਂ ਕਿਆ ਫੇੜਿਆ ਅੰਦਰ ਪਿਰੀ ਨਿਹਾਲ। ਰੱਬ ਨੂੰ ਪਾਉਣ ਦੇ ਲਈ ਨਾ ਲੋਕੀ ਸਾਧ ਸੰਗਤ ਬੜੇ ਯਤਨ ਕਰਦੇ ਹਨ, ਬੜੀਆਂ ਕੋਸ਼ਿਸ਼ਾਂ ਕਰਦੇ ਹਨ। ਜ਼ਿਆਦਾਤਰ ਯਤਨ, ਵਧੇਰੀਆਂ ਕੋਸ਼ਿਸ਼ਾਂ ਉਹ ਨੇ ਜੋ ਦੁਨੀਆ ਦੀਆਂ ਦੱਸੀਆਂ ਹੋਈਆਂ ਨੇ। ਪੁੱਠਾ ਲਟਕਣਾ, ਵਸਤਰਾਂ ਦਾ ਤਿਆਗ ਕਰ ਦੇਣਾ, ਪੈਰਾਂ 'ਚੋਂ ਜੁੱਤੀ ਕੱਢ ਦੇਣੀ, ਜੰਗਲਾਂ ਬੇਲਿਆਂ ਦੇ ਵਿੱਚ ਭ੍ਰਮਣ ਕਰਨਾ, ਤੀਰਥਾਂ ਦੇ ਉੱਪਰ ਜਾਣਾ, ਦੇਸ਼ ਰਟਨ ਕਰਨਾ, ਇਹਨਾਂ ਕਾਰਜਾਂ ਦੇ ਵੱਲ ਮਨੁੱਖ ਦੀ ਬੁੱਧੀ, ਮਨੁੱਖ ਦੀ ਮੱਤ ਆਮ ਤੌਰ 'ਤੇ ਆਕਰਸ਼ਿਤ ਰਿਹਾ ਕਰਦੀ ਹੈ। ਅੰਨ ਦਾ ਤਿਆਗ ਕਰ ਦੇਣਾ, ਚਾਨਣ ਦਾ ਤਿਆਗ ਕਰ ਦੇਣਾ, ਇਉਂ ਇਹਨਾਂ ਕਾਰਜਾਂ ਰਾਹੀਂ ਯਤਨ ਕਰਦਾ ਹੈ ਮਨੁੱਖ ਕਿ ਮੈਨੂੰ ਈਸ਼ਵਰ ਦੀ ਪ੍ਰਾਪਤੀ ਹੋਵੇ, ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋਵੇ। ਪਰ ਸਾਧ ਸੰਗਤ ਚੇਤਾ ਰੱਖਣਾ, ਗੁਰਮਤ ਦਾ ਮਾਰਗ ਇਹ ਮਾਰਗ ਨਹੀਂ ਹੈ। ਨਿਸ਼ਾਨਾ ਗੁਰਮਤ ਨੇ ਪ੍ਰਭੂ ਪ੍ਰਾਪਤੀ ਦੱਸਿਆ, ਪਰ ਗੁਰਮਤ ਦਾ ਮਾਰਗ ਵਸਤਰਾਂ ਦਾ ਤਿਆਗ, ਅੰਨ ਦਾ ਤਿਆਗ, ਪਰਿਵਾਰ ਦਾ ਤਿਆਗ, ਚਾਨਣ ਦਾ ਤਿਆਗ, ਸਮਾਜ ਦਾ ਤਿਆਗ, ਇਹ ਮਾਰਗ ਨਹੀਂ ਹੈਗਾ। ਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਸਾਨੂੰ ਸੇਧ ਦਿੱਤੀ ਉਹ ਲਿਖਣਾ ਕੀਤਾ, ਭਾਈ ਤਨ ਨਾ ਤਪਾਏ ਤਨੂਰ ਜਿਉਂ, ਆਪਣੇ ਪਿੰਡੇ ਨੂੰ ਤੰਦੂਰ ਦੇ ਵਾਂਗ ਨਾ ਬਾਲ, ਬਾਲਣ ਹੱਡ ਨਾ ਬਾਲ, ਆਪਣੇ ਹੱਡਾਂ ਨੂੰ ਬਾਲਣ ਦੇ ਵਾਂਗ ਸਾੜਨ ਦੀ ਵੀ ਲੋੜ ਨਹੀਂ। ਸਿਰ ਪੈਰੀਂ ਕਿਆ ਫੇੜਿਆ ਅੰਦਰ ਪਿਰੀ ਨਿਹਾਲ,
ਭਾਈ ਇਹਨਾਂ ਅੰਗਾਂ ਪੈਰਾਂ ਨੇ ਤੇਰਾ ਕੀ ਵਿਗਾੜਿਆ ਹੈ ਜੋ ਤੂੰ ਇਹਨਾਂ ਨੂੰ ਤਕਲੀਫ ਪਿਆ ਦਿੰਦਾ ਹੈ, ਜੋ ਇਹਨਾਂ ਨੂੰ ਕਸ਼ਟ ਪਿਆ ਦਿੰਦਾ ਹੈ। ਪਰਮੇਸ਼ਰ ਦੀ ਜੋਤ ਤੇ ਤੇਰੇ ਅੰਦਰ ਹੈ, ਤੇ ਅੰਦਰ ਪ੍ਰੀ ਨਿਹਾਲ, ਅੰਦਰ ਬੈਠੇ ਉਸ ਪਿਰ ਨੂੰ, ਮਾਲਕ ਨੂੰ, ਪਰਮੇਸ਼ਰ ਨੂੰ, ਉਹਦੀ ਜੋਤ ਨੂੰ ਵੇਖਣਾ ਕਰ, ਉਸ ਦੀ ਪ੍ਰਾਪਤੀ ਦੇ ਵੱਲ ਲੱਗਣਾ ਕਰ। ਹਉ ਟੁੰਡੇਂਦੀ ਸੱਜਣਾ ਸੱਜਣ ਮੈਂਡੇ ਨਾਲ। ਦੱਸਦੇ ਨੇ, ਕਹਿੰਦੇ ਅਸੀਂ ਤੇ ਆਪਣੇ ਸੱਜਣ ਨੂੰ, ਆਪਣੇ ਮਾਲਕ ਨੂੰ ਢੂੰਡਦੇ ਫਿਰਦੇ ਸਾਂ, ਲੱਭਦੇ ਫਿਰਦੇ ਸਾਂ, ਸੱਜਣ ਮੈਂਡੇ ਨਾਲ, ਪਰ ਸੱਜਣ ਤੇ ਮੇਰੇ ਨਾਲ ਹੀ ਹਨ, ਮੇਰੇ ਤੋਂ ਵੱਖ ਨਹੀਂ ਹਨ। ਨਾਨਕ ਅਲਖ ਨਾ ਲਖੀਐ ਗੁਰਮੁਖ ਦੇ ਦਿਖਾਲ। ਅਲਖ ਪਰਮਾਤਮਾ ਭਾਈ ਉਹ ਇਹਨਾਂ ਅੱਖਾਂ ਨਾਲ ਵੇਖਣ ਦਾ ਵਿਸ਼ਾ ਨਹੀਂ ਹੈ, ਇਹਨਾਂ ਕੰਨਾਂ ਨਾਲ ਸੁਣਨ ਦਾ ਵਿਸ਼ਾ ਵੀ ਨਹੀਂ ਹੈ, ਇਹਨਾਂ ਹੱਥਾਂ ਨਾਲ ਰੱਬ ਨੂੰ ਸਪਰਸ਼ ਵੀ ਨਹੀਂ ਆਪਾਂ ਕਰ ਸਕਦੇ, ਕਿਉਂਕਿ ਸਾਧ ਸੰਗਤ ਸਰੀਰ ਥੋੜ੍ਹਾ ਪਰਮਾਤਮਾ ਦਾ ਕੋਈ। ਗੁਰਮੁਖ ਦੇ ਦਿਖਾਲ, ਤੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਸਤਿਗੁਰੂ ਦੀ ਸੰਗਤ ਦੇ ਵਿੱਚੋਂ ਗੁਰੂ ਤੋਂ ਮਿਲੀ ਹੋਈ ਸੋਝੀ ਦੀ ਰਾਹੀਂ ਸੁਰਤ ਨੂੰ ਪਰਮਾਤਮਾ ਦੀ ਪ੍ਰਾਪਤੀ ਹੁੰਦੀ। ਸੁਰਤ ਪ੍ਰਭੂ ਦੇ ਵਿੱਚ ਅਭੇਦ ਹੁੰਦੀ, ਸੁਰਤ ਪਰਮੇਸ਼ਰ ਦਾ ਰੂਪ ਹੋ ਜਾਇਆ ਕਰਦੀ ਹੈ। ਸੋ ਇਉਂ ਦੱਸਿਆ ਸੀ। ਤੇ ਹੁਣ ਅੱਗੇ ਲਿਖਦੇ ਹਨ ਸਤਿਗੁਰੂ ਜੀ, ਇਹ ਸ਼ਲੋਕ ਵੀ ਗੁਰੂ ਪਾਤਸ਼ਾਹ ਦੇ ਹਨ, ਗੁਰੂ ਅਮਰਦਾਸ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਹਨ। ਗੁਰੂ ਜੀ ਲਿਖਦੇ ਨੇ, ਕਹਿੰਦੇ ਕਈ ਵਾਰੀ ਨਾ ਗੁਰਮੁਖਾਂ ਦੀ ਜੀਵਨ ਰਹਿਤ ਨੂੰ ਵੇਖ ਕੇ ਕੁਝ ਉਹ ਲੋਕ ਜਿਨ੍ਹਾਂ ਨੇ ਕਰਨਾ ਕੁਝ ਨਹੀਂ ਹੁੰਦਾ, ਵਿਹਲੇ ਬੈਠ ਬਸ ਖਾਣਾ ਹੁੰਦਾ ਵਾ, ਉਹਨਾਂ ਦੀ ਰੀਸੋ ਰੀਸੀ ਚੱਲ ਪੈਂਦੇ ਨੇ। ਕਿਹਨਾਂ ਦੀ ਰੀ? ਉਹਨਾਂ ਗੁਰਮੁਖਾਂ ਦੀ ਜਿਨ੍ਹਾਂ ਨੇ ਆਪਣੀ ਸੁਰਤ ਪਰਮੇਸ਼ਰ ਦਾ ਰੂਪ ਕਰ ਲਈ, ਜਿਨ੍ਹਾਂ ਨੇ ਆਪਣੇ ਆਪ ਨੂੰ ਵਾਹਿਗੁਰੂ 'ਚ ਅਭੇਦ ਕੀਤਾ, ਜਿਨ੍ਹਾਂ ਦਾ ਮਨ ਪ੍ਰਭੂ ਰੂਪ ਹੋਇਆ ਨਾ, ਫਿਰ ਕੁਝ ਲੋਕੀ ਉਹਨਾਂ ਦੀ ਰੀਸ ਕਰਨ ਲੱਗ ਪੈਂਦੇ ਆ ਜੀ। ਰੀਸ, ਤੇ ਰੀਸ ਕਰਕੇ ਉਹ ਆਪਣੇ ਵੱਲੋਂ ਇਹ ਪ੍ਰਗਟਾਵਾ ਕਰਦੇ ਆ ਵੀ ਦੇਖੋ ਸਾਨੂੰ, ਅਸੀਂ ਵੀ ਤੇ ਰੱਬ ਜੈਸੇ, ਗੁਰਮੁਖਾਂ ਜੈਸੇ, ਰੱਬ ਦੇ ਪਿਆਰਿਆਂ ਵਰਗੇ ਆ ਨਾ, ਲੀੜੇ ਕੱਪੜੇ ਉਵੇਂ ਦੇ ਪਾ ਲੈਣੇ, ਬੋਲ ਬਾਣੀ ਉੱਦਾਂ ਦੀ ਬਣਾ ਲੈਣੀ, ਗੱਲਬਾਤ ਕਰਨ ਦਾ ਤਰੀਕਾ ਉਵੇਂ ਦਾ ਬਣਾ ਲੈਣਾ, ਆਪਣਾ ਵਰਤੋਂ ਵਿਵਹਾਰ ਉਸ ਪ੍ਰਕਾਰ ਦਾ ਬਣਾਉਣ ਦੀ ਕੋਸ਼ਿਸ਼ ਕਰਨੀ। ਸੋ ਇਹ ਹੁੰਦਾ ਰੀਸ ਕਰਨੀ। ਤੈਨੂੰ ਪਾਤਸ਼ਾਹ ਨੇ ਬਾਣੀ ਦੇ ਅੰਦਰ ਇੱਦਾਂ ਕਥਨ ਕੀਤਾ, ਰੀਸਾਂ ਕਰੈਂ ਤਿਨਾੜੀਆਂ ਜੋ ਸੇਵੈਂ ਦਰ ਖੜੀਆਂ। ਕਹਿੰਦੇ ਭਾਈ ਰੀਸਾਂ ਤਿਨਾਂ ਦੀਆਂ ਹਨ ਜੋ ਪਰਮੇਸ਼ਰ ਦੇ ਦਰ ਦੇ ਉੱਪਰ ਪਹੁੰਚੇ ਹੋਏ ਰੱਬ ਦੇ ਪਿਆਰੇ ਹਨ। ਪਰ ਅਸਲੋਂ ਆਚਾਰ ਕੀ ਹੈ ਜੀ ਆਪਣਾ? ਅਸਲ ਵਿੱਚ ਆਪਣਾ ਵਿਹਾਰ ਕੀ ਹੈ? ਉਹਦੀ ਬਾਬਤ ਸੱਚੇ ਪਾਤਸ਼ਾਹ ਦੱਸਦੇ ਨੇ, ਗੱਲੀਂ ਅਸੀਂ ਚੰਗੀਆਂ, ਆਚਾਰੀ ਬੁਰੀਆਂ। ਗੱਲਾਂ ਬਾਤਾਂ ਰਾਹੀਂ ਤੇ ਲੋਕੀ ਬੜੇ ਚੰਗੇ, ਚੰਗੇ ਤੋਂ ਵੀ ਚੰਗੇ ਬਣ ਜਾਂਦੇ ਹਨ, ਪਰ ਆਚਾਰੀ ਬੁਰੀਆਂ। ਆਚਾਰ ਦੇ ਪੱਖ ਤੋਂ, ਵਿਹਾਰ ਦੇ ਪੱਖ ਤੋਂ ਜੇਕਰ ਵੇਖਿਆ ਜਾਵੇ ਤੇ ਬੁਰੇ ਤੋਂ ਵੀ ਬੁਰੇ ਲੋਕ ਉਹ ਮਿਲਣਗੇ ਜੋ ਗੱਲੀਂ ਬਾਤੀ ਚੰਗੇ ਬਣੇ ਹੋਏ ਹਨ। ਗੁਰਬਾਣੀ ਇਸੇ ਲਈ ਸਮਝਾਉਂਦੀ, ਜੈਸਾ ਕਰੇ ਕਹਾਵੇ ਤੈਸਾ, ਐਸੀ ਬਣੀ ਜ਼ਰੂਰਤ। ਪਾਤਸ਼ਾਹ ਦੱਸਦੇ ਨੇ, ਮਨੁੱਖ ਜਿਵੇਂ ਦੇ ਕਰਮ ਕਰਦਾ ਵਾ ਨਾ, ਬਸ ਉਵੇਂ ਦਾ ਬਣ ਕੇ ਰਹੇ। ਇਹ ਨਾ ਹੋਵੇ ਵੀ ਕਰਮ ਕੁਝ ਹੋਰ ਨੇ ਤੇ ਬਾਹਰਲਾ ਵਿਖਾਵਾ ਕੁਝ ਹੋਰ ਹੈ, ਕਿਉਂਕਿ ਦੁਨੀਆ ਨੇ ਕੇਵਲ ਵਿਖਾਵਾ ਵੇਖਣਾ ਹੁੰਦਾ, ਪਰ ਚੇਤਾ ਰੱਖਣਾ ਪਰਮੇਸ਼ਰ ਦਾ ਵਿਖਾਵੇ ਨਾਲ ਕੋਈ ਤਾਲੁਕਾਤ ਨਹੀਂ ਹੈ। ਰੱਬ ਦੇ ਪਿਆਰਿਆਂ ਦਾ ਵਿਖਾਵੇ ਨਾਲ ਕੋਈ ਤਾਲੁਕਾਤ ਨਹੀਂ ਹੈ। ਪਿੱਤਲ ਦੇ ਉੱਪਰ ਪਾਲਿਸ਼ ਕਰਕੇ ਉਹਨੂੰ ਲਿਸ਼ਕਾ ਕੇ ਅਸੀਂ ਆਮ ਲੋਕਾਂ ਨੂੰ ਭੁਲੇਖਾ ਪਾ ਸਕਦੇ ਹਾਂ ਬਈ ਇਹ ਸੋਨਾ ਵਾ, ਪਰ ਸੁਨਿਆਰੇ ਨੂੰ ਭੁਲੇਖਾ ਨਹੀਂ ਪਾਇਆ ਜਾ ਸਕਦਾ। ਇਹ ਚੇਤਾ ਰੱਖਣਾ। ਕੱਚ ਦਾ ਟੁਕੜਾ ਹੋਵੇ, ਉਹਨੂੰ ਲਿਸ਼ਕਾ ਕੇ ਪਾਲਿਸ਼ ਕਰਕੇ ਆਮ ਲੋਕਾਂ ਨੂੰ ਭੁਲੇਖਾ ਪਾਇਆ ਜਾ ਸਕਦਾ ਬਈ ਇਹ ਹੀਰਾ ਹੈ, ਪਰ ਜੌਹਰੀ ਨੂੰ ਭੁਲੇਖਾ ਨਹੀਂ ਪਾਇਆ ਜਾ ਸਕਦਾ। ਉਹਦੀ ਤੇ ਪਾਰਖੂ ਬਿਰਤੀ ਨੇ ਹੱਥ ਨਾਲ ਛੋਹਦਿਆਂ ਦੱਸ ਦੇਣਾ ਵੀ ਇਹ ਟੁਕੜਾ ਕੱਚ ਦਾ ਹੈ।
ਸੁਨਿਆਰ ਨੇ ਤੇ ਵੇਖ ਕੇ ਹੱਥ ਨਾਲ ਛੋਹ ਕੇ ਦੱਸ ਦੇਣਾ, ਨਹੀਂ ਇਹ ਸੋਨਾ ਨਹੀਂ ਹੈ ਤੇ ਪਿੱਤਲ ਹੈ। ਇਹਨੂੰ ਲਿਸ਼ਕਾਇਆ ਬਹੁਤ ਗਿਆ ਵਾ। ਆਪੋ ਆਪਣਾ ਖੇਤਰ ਹੁੰਦਾ ਹੈ ਸਾਧ ਸੰਗਤ, ਵਸਤੂਆਂ ਦੇ ਪ੍ਰਤੀ ਆਪੋ ਆਪਣੀ ਪਰਖ ਹੁੰਦੀ ਹੈ। ਇਸੇ ਤਰ੍ਹਾਂ ਜੋ ਸੱਚ ਦੇ ਮਾਰਗ 'ਤੇ ਚੱਲਦੇ ਹਨ ਨਾ, ਸੱਚ ਦੇ ਮਾਰਗ 'ਤੇ, ਉਹਨਾਂ ਦੀ ਵੀ ਬਿਰਤੀ ਆਪਣੀ, ਉਹਨਾਂ ਦੀ ਵੀ ਪਰਖ ਆਪਣੀ ਹੁੰਦੀ ਹੈ। ਜਿਹੜੀ ਚੀਜ਼ ਦਾ ਪਤਾ ਨਹੀਂ ਨਾ ਹੁੰਦਾ ਸਾਧ ਸੰਗਤ, ਜ਼ਿਆਦਾਤਰ ਆਪਾਂ ਉਹਨਾਂ ਕੰਮਾਂ 'ਚ ਜਾਣਕਾਰ ਲੋਕਾਂ ਦੀ ਸਹਾਇਤਾ ਲੈ ਲੈਂਦੇ ਹਾਂ। ਅਕਸਰ ਮੈਂ ਬੇਨਤੀ ਕਰਦਾ ਹੁੰਦਾ ਵਾਂ, ਕੋਈ ਵਹੀਕਲ ਖਰੀਦਣਾ ਹੋਵੇ, ਸੈਕਿੰਡ ਹੈਂਡ ਕਿਸੇ ਨੇ ਮਾਰਕੀਟ ਦੇ ਵਿੱਚੋਂ ਕੋਈ ਬਾਈਕ ਲੈਣਾ, ਕੋਈ ਕਾਰ ਲੈਣੀ ਆ, ਆਮ ਤੌਰ 'ਤੇ ਵੇਖਿਆ ਜਾਂਦਾ ਜਿਹੜੇ ਭਰੋਸੇਯੋਗ ਮਕੈਨਿਕ ਹੁੰਦੇ ਆ ਨਾ, ਲੋਕੀ ਉਹਨਾਂ ਨੂੰ ਨਾਲ ਲੈ ਕੇ ਜਾਂਦੇ ਨੇ ਵੀ ਦੇਖ ਭਾਈ ਸਾਨੂੰ ਤੇ ਨਹੀਂ ਪਤਾ, ਤੂੰ ਵੇਖ ਕੇ ਪਰਖ ਕੇ ਦੱਸ ਦੇਈਂ ਵੀ ਐਕਸੀਡੈਂਟ ਤੇ ਨਹੀਂ, ਤੂੰ ਪਰਖ ਕੇ ਦੱਸ ਦੇਈਂ ਰੰਗ ਤੇ ਨਹੀਂ ਹੋਇਆ ਵਿਆ, ਤੂੰ ਪਰਖ ਕੇ ਦੱਸ ਦੇਈਂ ਇੰਜਨ ਕਿਵੇਂ ਦਾ ਵਾ, ਕਿੰਨਾ ਕੁ ਸਮਾਂ ਮੇਰੇ ਕੋਲ ਚੱਲਣਾ ਵਾ। ਤੇ ਫਿਰ ਜਿਹੜਾ ਪਾਰਖੂ ਹੁੰਦਾ ਨਾ, ਪਾਰਖੂ ਸਾਧ ਸੰਗਤ, ਉਹ ਆਪਣੀ ਬਿਰਤੀ ਨਾਲ ਪਰਖ ਕੇ ਉਹਨੇ ਦੱਸ ਦੇਣਾ ਭਾਈ ਇਹ 'ਚ ਸਹੀ ਇੰਨਾ ਕੁ ਤੇ ਇਹਦੇ 'ਚ ਗਲਤ ਇੰਨਾ ਕੁ ਹੈ। ਇਹ ਹਰ ਥਾਂ 'ਤੇ ਪਾਰਖੂ ਹਰ ਖੇਤਰ 'ਚ ਹੁੰਦੇ ਨੇ। ਬਿਲਕੁਲ ਇਸੇ ਤਰ੍ਹਾਂ ਹੁਣ ਇੱਥੇ ਮੈਂ ਇੱਕ ਬੇਨਤੀ ਕਰਦੇ ਹਾਂ, ਜਿਹੜੇ ਤੇ ਦੁਨਿਆਵੀ ਖੇਤਰ ਦੇ ਪਾਰਖੂ ਨੇ ਨਾ, ਉਹਨਾਂ ਨੂੰ ਤੇ ਲੋਕੀ ਪੈਸਾ ਦੇ ਕੇ ਨਾਲ ਲੈ ਕੇ ਜਾਂਦੇ, ਕਮਿਸ਼ਨ ਦੇ ਕੇ ਲੈ ਕੇ ਜਾਂਦੇ ਵੀ ਭਾਈ ਤੂੰ 1000 ਰੁਪਈਆ ਲੈ ਲਈ, ਪਰ ਮੇਰੀ ਡੀਲ ਵਧੀਆ ਕਰਾ ਦੀ, ਸੌਦਾ ਵਧੀਆ ਕਰਾ ਦੀ, ਮੇਰਾ ਚੀਜ਼ ਨਾ ਮੈਨੂੰ ਮਾੜੀ ਮਿਲ ਜਾਏ, ਪਰਖ ਕੇ ਦੱਸ ਦੇਈਂ, ਜੇ ਖੋਟ ਹੋਈ ਤੇ ਬੇਝਿਜਕ ਦੱਸ ਦੇਈਂ, ਮੈਂ ਛੱਡ ਕੇ ਆ ਜਾਵਾਂਗਾ, ਮੈਂ ਪੈਸਾ ਬਰਬਾਦ ਨਹੀਂ ਕਰਨਾ। ਸੰਸਾਰ ਵਿੱਚ ਤੇ ਕਿਤੇ ਡੀਲ ਕਰਨੀ, ਉੱਥੇ ਤੇ ਪੈਸਾ ਦੇ ਕੇ ਪਾਰਖੂ ਨੂੰ ਲਿਜਾਇਆ ਜਾਂਦਾ, ਤੇ ਪਰਖ ਕੇ ਦੱਸਦਾ ਵਾ। ਪਰ ਮੈਨੂੰ ਖਿਮਾ ਕਰਨੀ, ਧਰਮ ਦੀ ਦੁਨੀਆ ਦੇ ਵਿੱਚ ਨਾ, ਜੇ ਕੋਈ ਪਾਰਖੂ ਮਾੜੀ ਮੋਟੀ ਪਰਖ ਦੀ ਗੱਲ ਕਰ ਵੀ ਦੇਵੇ ਬਈ ਇਹ ਖੋਟਾ ਵਾ ਤੇ ਇਹ ਖਰਾ ਵਾ, ਉੱਥੇ ਉਸ ਪਾਰਖੂ ਦੀ ਕਦਰ ਘੱਟ ਹੁੰਦੀ ਹੈ ਤੇ ਉਹਦੇ ਉੱਪਰ ਚਿੱਕੜ ਵਧੇਰੇ ਉਛਾਲਿਆ ਜਾਂਦਾ ਵਾ। ਜੇ ਕੋਈ ਪਾਰਖੂ ਮਾੜੀ ਮੋਟੀ ਗੱਲ ਕਰਦੇ ਨਾ ਵੀ ਗੁਰੂ ਪਿਆਰਿਓ ਆ ਖੋਟਾ ਵਾ, ਆ ਜਿਹੜੀ ਦੁਕਾਨ 'ਤੇ ਜਾ ਕੇ ਤੁਸੀਂ ਸੌਦਾ ਲੈ ਰਹੇ ਹੋ ਨਾ, ਸਾਰਾ ਹੀ ਜਾਲੀ ਆ, ਇਹ ਦੁਕਾਨਦਾਰ ਸਿਰੇ ਦਾ ਬੇਈਮਾਨ ਆ, ਇਹ ਜੋ ਤੁਹਾਨੂੰ ਵੇਚ ਰਿਹਾ ਨਾ, ਤੁਹਾਡੀ ਜ਼ਿੰਦਗੀ ਦਾ ਕੀਮਤੀ ਸਮਾਂ ਜਿਹਨੇ ਮੁੜ ਕੇ ਨਹੀਂ ਆਉਣਾ, ਜਿਹੜਾ ਉਹਨੂੰ ਖਰਾਬ ਕਰ ਰਿਹਾ ਨਾ, ਇਹ ਸਿਰੇ ਦਾ ਠੱਗ ਆ। ਤੇ ਜੇ ਕੋਈ ਇਹ ਗੱਲ ਕਰੇ, ਜੇ ਕੋਈ ਪਾਰਖੂ ਬਿਰਤੀ ਨਾਲ ਇਹ ਦੱਸਣ ਦੀ ਕੋਸ਼ਿਸ਼ ਕਰੇ ਤੇ ਉਹਨੂੰ ਸਵੀਕਾਰ ਨਹੀਂ ਕੀਤਾ ਜਾਂਦਾ ਸਮਾਜ ਵਿੱਚ। ਇਹ ਬਿਰਤੀ ਦੇ ਵਿੱਚ ਦੋਗਲਾਪਣ ਪਤਾ ਨਹੀਂ ਕਿਉਂ ਹੈ ਸਾਡੇ ਸਮਾਜ 'ਤੇ। ਇੱਕ ਪਾਸੇ ਤੇ ਇੱਕ ਪਾਰਖੂ ਨੂੰ ਕੋਈ ਪ੍ਰਾਪਰਟੀ ਡੀਲਰ ਹੋਵੇ, ਕਿਸੇ ਥਾਂ 'ਤੇ ਪਲਾਟ ਦੀ, ਜਗ੍ਹਾ ਦੀ, ਕੋਈ ਜ਼ਮੀਨ ਦੀ ਡੀਲ ਬਣ ਰਹੀ ਹੋਵੇ, ਲੋਕੀ ਉਹਨੂੰ ਲੈ ਕੇ ਜਾਂਦੇ ਨੇ ਵੀ ਦੇਖ ਕੇ ਦੱਸ ਖਾਂ ਆਉਣ ਵਾਲੇ 5-7 ਸਾਲਾਂ 'ਚ ਇਸ ਪਾਸੇ ਕੋਈ ਮੁਨਾਫਾ ਹੋਏਗਾ ਸਾਨੂੰ। ਪਰ ਜਦੋਂ ਆਪਣੀ ਜ਼ਿੰਦਗੀ ਕਿਸੇ ਨੂੰ ਅਰਪਣ ਕਰਨੀ ਹੈ ਨਾ ਧਰਮ ਦੀ ਦੁਨੀਆ 'ਚ ਸਾਧ ਸੰਗਤ, ਉਦੋਂ ਨਾ ਕੋਈ ਪਰਖ, ਉਸ ਵੇਲੇ ਕੀ ਹੰਸ ਕੀ ਬਗਲਾ, ਕੋਈ ਪਰਖ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ। ਸਤਿਗੁਰੂ ਦਾ ਜਿਹੜਾ ਸਲੋਕ ਹੈ ਨਾ ਅੱਜ ਦਾ, ਇਹ ਬਸ ਇੱਥੇ ਹੀ ਖੜਾ ਵਾ। ਮਹਾਰਾਜ ਜੀ ਕਹਿੰਦੇ ਨੇ, ਹੰਸਾਂ ਦੇਖ ਤਰੰਦਿਆਂ ਬੱਗਾਂ ਪੇ ਆਇਆ ਚਾਓ, ਡੁੱਬ ਮੂਏ ਬੱਗ ਬੱਪੜੇ ਸਿਰ ਤਲ ਉੱਪਰ ਪਾਉ। ਮਹਾਰਾਜ ਜੀ ਕਹਿਣ ਲੱਗੇ, ਹੰਸਾਂ ਦੇਖ ਤਰੰਦਿਆਂ, ਹੰਸਾਂ ਨੂੰ ਤਰਦਿਆਂ ਨੂੰ ਵੇਖ ਕੇ ਨਾ, ਤਾਰੀ ਲਾਉਂਦਿਆਂ ਨੂੰ ਵੇਖ ਕੇ, ਰੱਬ ਜੀ ਦੇ ਪਿਆਰਿਆਂ ਨੂੰ, ਰੱਬ ਜੀ ਦਾ ਮਿਲਾਪ ਮਾਣਦਿਆਂ ਨੂੰ ਵੇਖ ਕੇ, ਉਹਨਾਂ ਦੀ ਸ਼ੋਭਾ ਤੇ ਉਹਨਾਂ ਦੀ ਉਸਤਤ, ਉਹਨਾਂ ਦੀ ਵਡਿਆਈ ਹੁੰਦਿਆਂ ਵੇਖ ਕੇ ਕਈ ਬੱਗਾਂ ਨੂੰ ਵੀ ਚਾਅ ਚੜ੍ਹ ਜਾਂਦਾ ਵੀ ਲੈ ਤੇ ਸੌਖਾ ਹੀ ਆ ਕੰਮ, ਇੱਦਾਂ ਤੇ ਆਪਾਂ ਵੀ ਕਰ ਸਕਦੇ ਹਾਂ, ਇਹ ਕੀ ਔਖਾ। ਪ੍ਰਿਥੀ ਚੰਦ ਨੂੰ ਇੱਦਾਂ ਹੀ ਹੋਇਆ ਸੀ ਨਾ ਸਾਧ ਸੰਗਤ। ਪ੍ਰਿਥੀ ਚੰਦ ਨੇ ਆਪਣੇ ਗੁਰੂ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਵੇਖਿਆ, ਉਹਨਾਂ ਦੀ ਘਾਲਣਾ ਨਹੀਂ ਵੇਖੀ, ਉਹਨਾਂ ਦੀ ਕੁਰਬਾਨੀ, ਉਹਨਾਂ ਦਾ ਸਿਦਕ, ਉਹਨਾਂ ਦਾ ਤਿਆਗ ਨਹੀਂ ਵੇਖਿਆ। ਕੇਵਲ ਸੰਗਤ ਜੋ ਉਹਨਾਂ ਨੂੰ ਸਤਿਕਾਰ ਦੇ ਰਹੀ ਸੀ, ਰਿਸਪੈਕਟ ਦੇ ਰਹੀ ਸੀ, ਵਡਿਆਈ ਦੇ ਰਹੀ ਸੀ, ਬਸ ਉਹ ਵੇਖੀ। ਤੇ ਉਹ ਵੇਖ ਕੇ ਪ੍ਰਿਥੀ ਚੰਦ ਕਹਿੰਦਾ ਇਹ ਤੇ ਕੰਮ ਹੀ ਵਧੀਆ, ਇਹ ਤੇ ਆਪਾਂ ਵੀ ਕਰ ਸਕਦੇ ਹਾਂ ਇੱਦਾਂ, ਇਹ ਤੇ ਕੋਈ ਔਖਾ ਕੰਮ ਨਹੀਂ। ਤੇ ਉਹਨੇ ਉਹ ਕਰਨਾ ਸ਼ੁਰੂ ਕਰ ਦਿੱਤਾ ਜੀ।
ਪਹਿਲੇ ਤੇ ਉਹਨੇ ਗੁਰੂ ਘਰ 'ਚ ਰਹਿ ਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਰਾਬਰ ਦੇ ਕਾਰਜ ਕੀਤੇ। ਸਤਿਗੁਰੂ ਨੇ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਵੀ ਚਲੋ ਅਣਜਾਣ ਪੁਣੇ 'ਚ ਹੋਏ। ਤੇ ਜਦੋਂ ਪਰਖ ਕੇ ਗੁਰਿਆਈ ਦੇਣੀ ਆਈ, ਜਦੋਂ ਗੁਰਿਆਈ ਦਾ ਛਤਰ ਸਿਰ ਤੇ ਝੁਲਾਉਣ ਦੀ ਗੱਲ ਆਈ, ਉਹ ਵੇਲਾ ਆਇਆ ਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸਿਰ ਤੇ ਉਹ ਛਤਰ ਝੁਲਾਇਆ। ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਭਗਤੀ ਦਾ ਰੂਪ ਧਾਰਨ ਕਰਕੇ ਉਤਰੇ। ਉਹਨਾਂ ਦੇ ਸਿਰ ਤੇ ਜਦੋਂ ਗੁਰਿਆਈ ਦਾ ਛਤਰ ਝੁੱਲਿਆ ਤੇ ਪ੍ਰਿਥੀ ਚੰਦ ਨੂੰ ਇਉਂ ਲੱਗਿਆ ਵੀ ਲੈ ਇਹ ਕਿਹੜੀ ਗੱਲ ਆ, ਕਿਤੇ ਮੈਂ ਵੀ ਗੁਰੂ ਬਣ ਜਾਵਾਂਗਾ ਇੱਦਾਂ। ਤੇ ਦਸਤਾਰ ਆ ਉਹ ਖੋ ਕੇ ਲੈ ਗਿਆ ਜੀ, ਖੋ ਕੇ ਲੈ ਗਿਆ। ਉਹਨੂੰ ਦਸਤਾਰ ਇਹ ਖੋ ਕੇ ਲੈ ਗਿਆ, ਜਿਹੜੀ ਦਸਤਾਰ ਸੰਗਤ ਨੇ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਸੀਸ ਤੇ ਸਜਾਈ ਸੀ। ਉਹ ਆਪਣੇ ਸਹੁਰੇ ਪਿੰਡ ਘੇਹਰ ਜਾ ਵੜਿਆ। ਲੇਕਿਨ ਇਹ ਕੀ ਵੱਡੀ ਗੱਲ ਆ, ਦਰਬਾਰ ਸਾਹਿਬ ਦੀ ਨਕਲ ਦੇ ਉੱਪਰ ਉੱਦਾਂ ਦਰਬਾਰ ਤਿਆਰ ਕਰਨ ਲੱਗ ਪਿਆ। ਚੇਤਾ ਰੱਖਣਾ, ਹੰਸਾਂ ਦੇਖ ਤਰੰਦਿਆਂ ਬੱਗਾਂ ਆਇਆ ਚਾਓ। ਹੰਸਾਂ ਨੂੰ ਤਰਦਿਆਂ ਨੂੰ ਵੇਖ ਕੇ, ਤਾਰੀ ਲਾਉਂਦਿਆਂ ਨੂੰ ਵੇਖ ਕੇ ਬਗਲਿਆਂ ਨੂੰ ਵੀ ਚਾਅ ਆ ਗਿਆ ਵੀ ਇਹ ਤੇ ਅਸੀਂ ਵੀ ਕਰ ਸਕਦੇ ਹਾਂ ਇੱਦਾਂ। ਤੇ ਪਰ ਡੁੱਬ ਮੂਏ ਬਗ ਬੱਪੜੇ, ਬਗਲਾ ਤੇ ਬਗਲਾ ਹੀ ਹੈ ਨਾ ਸਾਧ ਸੰਗਤ। ਹੰਸ ਨੇ ਇੱਦਾਂ ਉੱਡਦੇ ਉੱਡਦੇ ਨੇ ਜਦੋਂ ਸਾਗਰ ਦੇ ਵਿੱਚ ਤਾਰੀ ਲਾਈ, ਅੰਦਰੋਂ ਮੋਤੀ ਚੁਗ ਕੇ ਉਸੇ ਸਪੀਡ ਨਾਲ ਬਾਹਰ ਆ ਗਿਆ। ਬਗਲੇ ਨੂੰ ਇਉਂ ਲੱਗਿਆ ਵੀ ਚਿੱਟਾ ਉਹ ਆ ਤੇ ਚਿੱਟਾ ਮੈਂ ਆ, ਪੰਛੀ ਉਹ ਆ ਤੇ ਪੰਛੀ ਮੈਂ ਆ, ਉੱਡਦਾ ਉਹ ਆ ਤੇ ਉੱਡਦਾ ਮੈਂ ਆ, ਇਹ ਤੇ ਮੈਂ ਵੀ ਕਰ ਸਕਦਾ। ਰੀਸੋ ਰੀਸੀ ਨਾ ਕਹਿੰਦੇ ਬਗਲੇ ਨੇ ਹੰਸ ਦੀ ਰੀਸ ਦੇ ਨਾਲ ਸਾਗਰ ਦੇ ਵਿੱਚ ਵੜ ਤੇ ਗਿਆ। ਪਰ ਉਹ ਅੰਦਰਲੀ ਜੁਗਤ ਨਹੀਂ ਸੀ ਨਾ ਹੈਗੀ ਉਹਦੇ ਕੋਲ, ਬਈ ਅੰਦਰ ਜਾਣਾ ਕਿਵੇਂ ਆ ਤੇ ਅੰਦਰੋਂ ਨਿਕਲਣਾ ਕਿਵੇਂ, ਉਹ ਜੁਗਤ ਥੋੜ੍ਹੀ ਸੀ ਉਹਦੇ ਕੋਲ। ਉਹਨੇ ਤੇ ਬਸ ਬਾਹਰੋਂ ਵੇਖਿਆ ਵੀ ਤੇ ਸੌਖਾ ਹੀ ਆ ਕੰਮ। ਤੇ ਫਿਰ ਕੀ ਹੋਇਆ ਜੀ, ਡੁੱਬ ਮੂਏ ਬਗ ਬੱਪੜੇ। ਜੁਗਤ ਨਾ ਹੋਣ ਕਰਕੇ ਗੁਰੂ ਸਾਹਿਬ ਨੇ ਦੋ ਚੀਜ਼ਾਂ ਲਿਖੀਆਂ, ਕਹਿੰਦੇ ਜੋਤ 오ਹਾ ਜੁਗਤ ਸਾਏ। ਜੁਗਤ ਨਹੀਂ ਸੀ ਬਗਲੇ ਦੇ ਕੋਲ, ਰੀਸ ਕਰਨ ਵਾਲੇ ਕੋਲ ਜੁਗਤ ਨਹੀਂ ਸੀ, ਤੇ ਜੁਗਤ ਨਾ ਹੋਣ ਕਰਕੇ ਉਹ ਵਿਚਾਰਾ ਡੁੱਬ ਕੇ ਖਤਮ ਹੋ ਗਿਆ। ਪਾਤਸ਼ਾਹ ਕਹਿੰਦੇ ਹੋਇਆ ਕਿ ਸਿਰ ਤਲ ਉੱਪਰ ਪਾਉ, ਉਹਦਾ ਸਿਰ ਠਾਂ ਹੈ ਤੇ ਉਹਦੇ ਪੈਰ ਉਤਾਂਹ ਨੂੰ ਹਨ, ਉੱਥੇ ਹੀ ਖਤਮ ਹੋ ਗਿਆ। ਇਹ ਹੈ ਰੀਸਾਂ ਕਰਨ ਵਾਲਿਆਂ ਦਾ ਹਾਲ। ਇਸ ਨੂੰ ਸਾਧ ਸੰਗਤ ਚੰਗੀ ਤਰ੍ਹਾਂ ਸਮਝ ਲੈਣਾ ਹੈ। ਭਾਈ ਗੁਰਦਾਸ ਜੀ ਨੇ ਇੱਕ ਕਵਿਤ ਵੀ ਇਸ ਦੀ ਪਰਥਾਏ ਉਚਾਰਿਆ ਹੈ। ਆਪ ਜੀ ਲਿਖਦੇ ਹਨ, ਕਹਿੰਦੇ ਜੈਸੇ ਖੱਗ ਕਊਆ ਕੋਕਲਾ ਹੈ, ਦੋਨੋਂ ਖੱਗ ਸ਼ਿਆਮ ਤਨ। ਜਿਵੇਂ ਕਹਿੰਦੇ ਇੱਕ ਕਾਂ ਹੁੰਦਾ ਤੇ ਇੱਕ ਕੋਇਲ ਹੁੰਦੀ, ਵੇਖਣ ਨੂੰ ਦੋਵਾਂ ਦਾ ਸਰੀਰ ਕਾਲਾ ਹੁੰਦਾ ਵਾ। ਕੋਈ ਭੁਲੇਖਾ ਖਾ ਸਕਦਾ ਬੱਚਾ ਵੀ ਦੋਵੇਂ ਪੰਛੀ ਤੇ ਦੋਵੇਂ ਕਾਲੇ, ਪਰ ਜਦੋਂ ਬੋਲਦੇ ਹਨ ਤੇ ਫਿਰ ਪਤਾ ਚੱਲ ਜਾਂਦਾ ਕਾਂ ਕਿਹੜਾ ਵਾ ਤੇ ਕੋਇਲ ਕਿਹੜੀ ਹੈ। ਇੱਕ ਦੀ ਆਵਾਜ਼ ਤੇ ਮਿਠਾਸ ਨਾਲ ਭਰੀ ਹੋਈ, ਸਕੂਨ ਦੇਣ ਵਾਲੀ, ਇੱਕ ਸਿਰਫ ਉੱਪਰੋਂ ਹੀ ਕਾਲਾ ਸੀ ਵੇਖਣ ਨੂੰ, ਅੰਦਰੋਂ ਤੇ ਕੁਰਖਤ, ਅੰਦਰੋਂ ਤੇ ਉਹੀ ਰੁੱਖੀ ਆਵਾਜ਼ ਆਉਂਦੀ ਸੀ। ਜੈਸੇ ਖੇਮ ਪੀਤਰ ਹੀ ਬਰਨ ਕੇ ਸਮਾਨ ਹੋਤ। ਜਿਵੇਂ ਪਿੱਤਲ ਤੇ ਸੋਨਾ ਵੇਖਣ ਨੂੰ ਦੋਵੇਂ ਇੱਕੋ ਰੰਗ ਦੇ ਹੁੰਦੇ ਨੇ, ਪਰ ਜਦੋਂ ਸੁਨਿਆਰੇ ਅੱਗੇ ਰੱਖੀਏ ਦੋਵਾਂ ਦੀ ਕੀਮਤ ਵੱਖੋ ਵੱਖਰੀ ਦੱਸ ਦਿੰਦਾ। ਇੱਕ ਤੇ ਭਾਈ ਗ੍ਰਾਮਾਂ 'ਚ ਵਿਕੇਗਾ, ਇੱਕ ਕਿਲੋਆਂ 'ਚ ਜਾਏਗਾ। ਇੱਕ ਦੀ ਕੀਮਤ ਇੰਨੀ ਹੋਏਗੀ ਤੇ ਇੱਕ ਦੀ ਇੰਨੀ ਹੋਏਗੀ। ਜਿਵੇਂ ਲੂਣ ਹੁੰਦਾ ਤੇ ਚੀਨੀ ਹੁੰਦੀ, ਦੋਵੇਂ ਹੀ ਚਿੱਟੇ ਹੁੰਦੇ ਨੇ, ਪਰ ਦੋਵਾਂ ਦੇ ਅੰਦਰ ਗੁਣਾ ਕਰਕੇ ਬੜਾ ਅੰਤਰ ਹੈ। ਸੋਨੇ ਤੇ ਪਿੱਤਲ ਦੇ ਅੰਦਰ ਗੁਣਾ ਕਰਕੇ ਬੜਾ ਅੰਤਰ ਹੈ। ਕੋਇਲ ਤੇ ਕਾਂ ਅੰਦਰ ਗੁਣਾ ਕਰਕੇ ਬੜਾ ਅੰਤਰ ਹੈ। ਬਗਲੇ ਤੇ ਹੰਸ ਅੰਦਰ ਗੁਣਾ ਕਰਕੇ ਬੜਾ ਅੰਤਰ ਹੈ। ਰੱਬ ਦੇ ਪਿਆਰੇ ਤੇ ਭੇਖੀ ਪਾਖੰਡੀ ਦੇ ਅੰਦਰ ਵੀ ਗੁਣਾ ਕਰਕੇ ਬੜਾ ਅੰਤਰ ਹੈ। ਸਾਧ ਸੰਗਤ ਇਹ ਚੇਤਾ ਰੱਖਣਾ। ਐਵੇਂ ਹਰ ਇੱਕ ਨੂੰ ਨਾ ਉਪਾਧੀ ਦੇ ਦਿਆ ਕਰੀਏ ਬਈ ਇਹ ਹੀ ਉਹ ਹੈ। ਜਿਹੜੇ ਹੁੰਦੇ ਹਨ, ਸੋਨੇ ਨੂੰ ਬੋਲਣ ਦੀ ਲੋੜ ਨਹੀਂ ਹੁੰਦੀ ਮੈਂ ਸੋਨਾ ਵਾਂ, ਸੂਰਜ ਨੂੰ ਕਹਿਣ ਦੀ ਲੋੜ ਨਹੀਂ ਕਿ ਮੈਂ ਸੂਰਜ ਹਾਂ। ਉਹ ਤੇ ਦੁਨੀਆ ਕਹਿੰਦੀ ਉਹਨੂੰ ਵੀ ਉਹ ਸੂਰਜ ਆ।
ਉਹਦਾ ਚਾਨਣ, ਉਹਦੀ ਰੌਸ਼ਨੀ, ਉਹ ਆਖਦੀ, ਉਹ ਪ੍ਰਗਟ ਕਰਦੀ ਉਹ ਅਸਲ ਵਿੱਚ ਹੈ ਕੀ ਹੈ। ਸੋ ਸਾਧ ਸੰਗਤ, ਗੁਰੂ ਮਹਾਰਾਜ ਜੀ ਇਸ ਤਰ੍ਹਾਂ ਦੱਸਦੇ ਨੇ, ਕਹਿੰਦੇ ਭਾਈ ਬਿਰਤੀ ਨੂੰ ਪਾਰਖੂ ਬਣਾਈਏ। ਬਿਰਤੀ ਸਾਡੀ ਪਾਰਖੂ ਤਦੇ ਹੋਏਗੀ ਸਾਧ ਸੰਗਤ ਜੇਕਰ ਅਸੀਂ ਇਸ ਮਾਰਗ ਦੇ ਪਾਂਧੀ ਹੋਵਾਂਗੇ। ਭਾਵ ਇਹ ਹੈ ਕਿ ਇਸ ਮਾਰਗ ਦੇ ਪਾਂਧੀ ਬਣੀਏ ਤੇ ਪਤਾ ਚੱਲੇ ਬਈ ਇਸ ਮਾਰਗ ਉੱਪਰ ਚੱਲੇ ਹੋਏ ਰੱਬ ਦੇ ਪਿਆਰੇ ਕੌਣ ਹਨ ਤੇ ਤਿੰਨਾਂ ਦੀਆਂ ਰੀਸਾਂ ਕਰਕੇ ਲੋਕਾਂ ਨੂੰ ਲੁੱਟਣ ਵਾਲੇ ਕੌਣ ਹਨ, ਤਾਂ ਕਿ ਅਸੀਂ ਆਪਣੇ ਜੀਵਨ ਦਾ ਕੀਮਤੀ ਸਮਾਂ ਜਿਹਨੇ ਮੁੜ ਕੇ ਆਉਣਾ ਨਹੀਂ ਉਸ ਨੂੰ ਸੰਭਾਲ ਸਕੀਏ, ਉਸ ਦੀ ਬੱਚਤ ਕਰ ਸਕੀਏ। ਅਗਲਾ ਸ਼ਲੋਕ ਹੈ ਉਹ ਵੀ ਇਸੇ ਨਾਲ ਜੁੜਿਆ ਹੋਇਆ ਹੈ, ਗੁਰੂ ਅਮਰਦਾਸ ਮਹਾਰਾਜ ਜੀ ਦਾ ਹੈ। ਗੁਰੂ ਜੀ ਲਿਖਣ ਲੱਗੇ, ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀਤਾ ਸੰਗ, ਜੇ ਜਾਣਾ ਬਗ ਬਪੋੜਾ ਜਨਮ ਨ ਭੇੜੀ ਅੰਗ। ਮੈਂ ਜਾਣਿਆ ਵੱਡ ਹੰਸ ਹੈ। ਪਾਤਸ਼ਾਹ ਕਹਿੰਦੇ ਅਸਾਂ ਇਹ ਸਮਝਿਆ ਸੀ ਵੀ ਭਾਈ ਇਹ ਤੇ ਹੰਸ ਆ, ਤੇ ਬੜਾ ਵਧੀਆ। ਜਦੋਂ ਇਹ ਉੱਪਰੋਂ ਵੇਖਿਆ, ਉੱਪਰਲਾ ਲਿਬਾਸ ਵੇਖਿਆ, ਉੱਪਰੋਂ ਗੱਲਾਂ ਸੁਣੀਆਂ, ਬੋਲ ਸੁਣੇ, ਕਿਆ ਬਾਤ ਹੈ ਜੀ, ਤੇ ਹੰਸ ਹੈ। ਜਿਵੇਂ ਭਾਈ ਸੁਥਰੇ ਸ਼ਾਹ ਦੀ ਇੱਕ ਸਾਖੀ ਆਉਂਦੀ ਨਾ ਇਤਿਹਾਸ 'ਚ, ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਮੇਂ ਇੱਕ ਕਥਾ ਆਉਂਦੀ। ਕਹਿੰਦੇ ਕੋਈ ਆਇਆ ਗੁਰੂ ਮਹਾਰਾਜ ਦੀ ਹਜ਼ੂਰੀ 'ਚ, ਪਿੰਡੇ 'ਤੇ ਸਵਾਹ ਮਲੀ ਹੋਈ ਸੀ ਤੇ ਉਹਨੇ ਸਾਰੇ ਚਿਹਨ ਧਾਰਨ ਕੀਤੇ ਹੋਏ ਸਨ ਯੋਗੀਆਂ ਵਾਲੇ, ਤੇ ਇੱਕੋ ਹੀ ਮੰਤਰ ਜਪ ਰਿਹਾ ਸੀ, ਓਮ ਸ਼ਾਂਤੀ 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 ਸ਼ਾਂਤੀ, ਇੱਦਾਂ ਹੀ ਜਪ ਰਿਹਾ ਸੀ, ਸ਼ਾਂਤੀ ਸ਼ਾਂਤੀ। ਆ ਕੇ ਬੈਠਿਆ, ਗੱਲਾਂ ਬਾਤਾਂ ਕਰਦਾ ਰਿਹਾ, ਸ਼ਾਂਤੀ ਸ਼ਾਂਤੀ ਦੀਆਂ ਗੱਲਾਂ, ਬਸ ਸ਼ਾਂਤ ਹੋਣਾ ਚਾਹੀਦਾ ਜੀ, ਸ਼ਾਂਤ ਹੋਣਾ ਚਾਹੀਦਾ। ਭਾਈ ਸੁਥਰੇ ਸਾਹ ਜੀ ਉਹਨੂੰ ਕਹਿਣ ਲੱਗੇ, ਕਹਿੰਦੇ ਭਾਈ ਸਾਹਿਬ ਤੁਹਾਡਾ ਨਾਂ ਕੀ ਆ? ਸ਼ਾਂਤੀ ਪ੍ਰਸਾਦ। ਅੱਛਾ, ਗੱਲਾਂ ਬਾਤਾਂ ਕੀਤੀਆਂ, ਫਿਰ ਪੁੱਛਣ ਲੱਗੇ ਤੁਹਾਡਾ ਨਾਂ ਕੀ ਹੈ ਜੀ? ਸ਼ਾਂਤੀ ਪ੍ਰਸਾਦ। ਅੱਛਾ, ਗੱਲਾਂ ਬਾਤਾਂ ਕੀਤੀਆਂ ਤੇ ਫਿਰ ਕਹਿਣ ਲੱਗੇ ਜੀ ਤੁਸੀਂ ਪਿੰਡੇ 'ਤੇ ਕੀ ਲਾਇਆ ਆਪਣੇ? ਖਿੱਝ ਕੇ ਜੇ ਬੋਲੇ, ਦਿਸਦਾ ਨਹੀਂ ਤੈਨੂੰ? ਭਸਮ ਹੈ, ਵਿਭੂਤੀ ਹੈ। ਭਾਈ ਸਾਹਿਬ ਕਹਿੰਦੇ ਇਹ ਕਾਹਦੀ ਹੈ ਜੀ? ਕਹਿੰਦੇ ਤੈਨੂੰ ਨਹੀਂ ਪਤਾ, ਇਹ ਗੋਬਰ ਦੀ ਹੁੰਦੀ। ਅੱਛਾ ਅੱਛਾ ਅੱਛਾ। ਕਹਿੰਦੇ ਜੀ ਗੋਬਰ ਫਿਰ ਕਾਹਦਾ ਸੀ, ਗਾਂ ਦਾ ਕਿ ਮੱਝ ਦਾ? ਉਹ ਆਕੜ ਗਿਆ, ਮੂਰਖ ਤੈਨੂੰ ਇਹ ਨਹੀਂ ਪਤਾ, ਗਾਂ ਦੇ ਗੋਬਰ ਨੂੰ ਪਵਿੱਤਰ ਮੰਨਿਆ ਜਾਂਦਾ। ਅੱਛਾ ਜੀ, ਗਾਂ ਚਿੱਟੀ ਹੋਵੇ ਕਿ ਕਾਲੀ ਹੋਵੇ? ਉਹ ਉੱਠਿਆ ਤੇ ਪਿੱਛੇ ਪੈ ਗਿਆ, ਕੁੱਟਣ ਪਵੇ। ਹੁਣ ਭਾਈ ਸੁਥਰੇ ਸ਼ਾਹ ਜੀ ਕਹਿਣ ਲੱਗੇ ਜਿੰਨੀਆਂ ਕੁ ਗੱਲਾਂ ਮੈਂ ਤੁਹਾਡੇ ਤੋਂ ਪੁੱਛੀਆਂ ਨਾ, ਉਦੋਂ ਵੱਧ ਵਾਰ ਤੇ ਸੈਂਕੜੇ ਵਾਰ ਤੁਸੀਂ ਸ਼ਾਂਤੀ 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 ਜਪ ਚੁੱਕੇ ਹੋ। ਮੈਂ ਤੇ ਤੁਹਾਡੇ ਤੋਂ 4-5 ਗੱਲਾਂ ਪੁੱਛੀਆਂ ਤੇ ਤੁਹਾਡੀ ਸ਼ਾਂਤੀ ਕਿਧਰੇ ਗਈ? ਤੁਸੀਂ ਜਦੋਂ ਦੇ ਇੱਥੇ ਆਏ ਹੋ ਸ਼ਾਂਤੀ ਸ਼ਾਂਤੀ ਜਪ ਰਹੇ ਹੋ, ਤੁਹਾਡਾ ਨਾਂ ਵੀ ਸ਼ਾਂਤੀ ਪ੍ਰਸਾਦ। ਤੁਸੀਂ ਸ਼ਾਂਤ 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 ਦੀ ਗੱਲ ਕਰ ਰਹੇ ਹੋ, ਪਰ ਤੁਸੀਂ ਤੇ 2-4 ਗੱਲਾਂ ਹੀ ਸੁਣੀਆਂ, ਤੁਹਾਡੀ ਸ਼ਾਂਤੀ ਕਿਧਰੇ ਗਈ? ਇਹੋ ਹੀ ਸ਼ਾਂਤੀ ਹੈ ਬਸ ਤੁਹਾਡੇ ਕੋਲ, ਇਸ ਨੂੰ ਸ਼ਾਂਤੀ ਕਹਿੰਦੇ ਨੇ। ਸੋ ਸਾਧ ਸੰਗਤ ਕਈ ਵਾਰੀ ਨਾ ਭਰਮਾਉਣ ਦੇ ਲਈ, ਭੁਲੇਖਾ ਪਾਉਣ ਦੇ ਲਈ ਇੱਦਾਂ ਦੇ ਟਕਵਾਂਜ ਰਚ ਲਏ ਜਾਂਦੇ ਹਨ। ਸੋ ਜਿੱਥੇ ਵੀ ਤੁਹਾਨੂੰ ਕਿਤੇ ਪਾਖੰਡ ਮਿਲੇ, ਉੱਥੋਂ ਬਸ ਇੱਕੋ ਹੀ ਗੱਲ ਸਮਝ ਲੈਣੀ, ਭਾਈ ਇਹਨੇ ਜੋ ਵੀ ਕੀਤਾ ਨਾ, ਇਹਨੇ ਲੋਕਾਂ ਨੂੰ ਲੁੱਟਣ ਲਈ ਕੀਤਾ ਬਸ। ਕਿਉਂਕਿ ਭੇਖ ਲੁਟੇਰਾ ਧਾਰਨ ਕਰਦਾ ਵਾ, ਲੁਟੇਰਾ ਭੇਖ ਧਾਰਨ ਕਰਦਾ, ਸੱਚੇ ਸੁੱਚੇ ਨੂੰ ਭੇਖ ਧਾਰਨ ਕਰਨ ਦੀ ਲੋੜ ਨਹੀਂ ਹੁੰਦੀ, ਉਹਦੀ ਤੇ ਕਰਨੀ ਹੀ ਉਹਦਾ ਭੇਖ ਹੋਇਆ ਕਰਦੀ ਹੈ, ਉਹਦੇ ਤੇ ਕਰਮ ਹੀ ਉਹਦਾ ਪਹਿਰਾਵਾ ਹੋਇਆ ਕਰਦੇ ਹੁੰਦੇ ਹਨ।
ਸੋ ਜਿਹੜੇ ਇੱਦਾਂ ਦੇ ਲੁਟੇਰੇ ਹੁੰਦੇ ਨਾ, ਉਹਨਾਂ ਨੇ ਭੇਖ ਧਾਰਨ ਕਰਨਾ ਹੁੰਦਾ। ਸੱਚੇ ਪਾਤਸ਼ਾਹ ਕਹਿਣ ਲੱਗੇ, ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀਤਾ ਸੰਗ। ਕਹਿੰਦੇ ਸਾਨੂੰ ਤੇ ਇਉਂ ਲੱਗਿਆ ਸੀ ਵੱਡਾ ਹੰਸ ਹੋਏਗਾ, ਤਦੇ ਤੇ ਅਸੀਂ ਕੋਲ ਬੈਠਣ ਨੂੰ ਆਖਿਆ, ਸੰਗਤ ਕਰਨ ਨੂੰ ਆਖਿਆ। ਜੇ ਜਾਣਾ ਬਗ ਬੱਪੜਾ, ਜੇ ਪਤਾ ਹੁੰਦਾ ਵੀ ਇਹ ਤੇ ਵਿਚਾਰਾ ਬਗਲਾ, ਤੇ ਵੇਖਣ ਨੂੰ ਇਹ ਚਿੱਟਾ। ਜਨਮ ਨਾ ਭੇੜੀ ਅੰਗ, ਮੈਂ ਆਪਣੇ ਜੀਵਨ ਵਿੱਚ ਇਹਨੂੰ ਆਪਣੇ ਨੇੜੇ ਨਹੀਂ ਸੀ ਲਾਉਣਾ। ਭੇੜੀ ਅੰਗ ਦਾ ਅਰਥ ਅੰਗ ਭੇੜਨਾ, ਇੱਦਾਂ ਸਪਰਸ਼ ਕਰਨਾ, ਨੇੜੇ ਬਿਠਾ ਲੈਣਾ, ਕੋਲੇ ਬੈਠ ਕੇ ਗੱਲਾਂ ਬਾਤਾਂ ਕਰਨੀਆਂ। ਪਾਤਸ਼ਾਹ ਕਹਿੰਦੇ ਜੇ ਪਤਾ ਹੁੰਦਾ ਨਾ ਤੇ ਮੈਂ ਨੇੜੇ ਨਹੀਂ ਸੀ ਲੱਗਣ ਦੇਣਾ, ਆਪਣੇ ਕੋਲੇ ਨਹੀਂ ਸੀ ਆਉਣ ਦੇਣਾ ਇਹਨੂੰ। ਇਹ ਤੇ ਨਿਕਲੇ ਹੀ ਬਗਲਾ, ਤੇ ਸੀ ਬਗਲਾ, ਬਗਲਾ ਸੀ ਵਿਚਾਰਾ ਬਗਲਾ ਰਹਿ ਗਿਆ। ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ, ਹੈ ਨਾ ਇੱਦਾਂ। ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੇਂ ਭਾਣਾ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ। ਮਹਾਰਾਜ ਜੀ ਦੱਸਦੇ ਆ ਨਾ, ਕਹਿੰਦੇ ਸਰਵਰ ਦਾ, ਸਾਗਰ ਦਾ ਤੇ ਹੰਸ ਦਾ ਮੇਲ ਤੇ ਧੁਰ ਤੋਂ ਬਣਿਆ ਹੋਇਆ ਵਾ। ਉਹ ਤੇ ਧੁਰ ਤੋਂ ਹੀ ਬਣਿਆ, ਜਿੱਦਾਂ ਪਸ਼ੂ ਦਾ ਤੇ ਹਰੇ ਚਾਰੇ ਦਾ ਮੇਲ ਧੁਰ ਤੋਂ ਹੀ ਬਣਿਆ ਹੋਇਆ, ਉਹਨੇ ਉਹੀਓ ਖਾਣਾ। ਸ਼ੇਰ ਦਾ ਤੇ ਸ਼ਿਕਾਰ ਦਾ ਮੇਲ ਧੁਰ ਤੋਂ ਹੀ ਬਣਿਆ ਹੋਇਆ, ਉਹਨੇ ਸ਼ਿਕਾਰ ਹੀ ਕਰਨਾ ਵਾ। ਇਸੇ ਤਰ੍ਹਾਂ ਸਾਗਰ ਦਾ ਤੇ ਹੰਸ ਦਾ ਮੇਲ ਧੁਰ ਤੋਂ ਹੀ ਆ, ਤੇ ਉਹਨੇ ਹੀਰਾ ਮੋਤੀ ਕਹਿੰਦੇ ਆ ਵੀ ਉੱਥੋਂ ਖਾਣਾ ਹੁੰਦਾ ਵਾ, ਚੁਗਣਾ ਹੁੰਦਾ ਵਾ। ਇਹ ਮੇਲ ਕਿਸੇ ਨੇ ਬਣਾਇਆ ਨਹੀਂ, ਇਹ ਕੁਦਰਤੀ ਆਪਣੇ ਆਪ ਬਣਿਆ ਹੋਇਆ ਹੈ। ਬਗਲਾ ਕਾਗ ਨ ਰਹੀ ਸਰਵਰ, ਜੇ ਹੋਵੇ ਅਤ ਸਿਆਣਾ। ਪਾਤਸ਼ਾਹ ਕਹਿੰਦੇ ਬਗਲਾ ਹੋਵੇ, ਕਾਂ ਹੋਵੇ, ਕਿੱਡਾ ਹੀ ਸਿਆਣਾ ਹੋਵੇ, ਮਾਨ ਸਰੋਵਰ ਦੇ ਕਿਨਾਰੇ ਤੇ ਨਹੀਂ ਮਿਲੇਗਾ। ਕਿਉਂ? ਕਿਉਂਕਿ ਉਹਨਾਂ ਰਿਜ਼ਕ ਨਾ ਪਇਓ ਉੱਥੇ ਉਹਨਾਂ ਹੋਰੋਂ ਖਾਣਾ। ਕਿਉਂਕਿ ਉਹਨਾਂ ਦਾ ਰਿਜ਼ਕ ਉੱਥੇ ਮਾਨ ਸਰੋਵਰ ਦੇ ਕਿਨਾਰੇ ਤੇ ਥੋੜ੍ਹੀ ਆ, ਉਹਨਾਂ ਦਾ ਤੇ ਖਾਣਾ ਕੋਈ ਹੋਰ ਹੈ, ਗੰਦਗੀ, ਤੇ ਉਹਨਾਂ ਨੇ ਕਿਤੇ ਹੋਰ ਡੱਡਾਂ ਮੱਛੀਆਂ ਭਾਲਣੀਆਂ ਨੇ ਜਾ ਕੇ। ਕਿਤੇ ਸਾਗਰ ਤੇ ਮਾਨ ਸਰੋਵਰ ਤੇ ਹੰਸ ਹੀ ਰਹਿ ਸਕਦਾ ਵਾ। ਸੋ ਗੁਰੂ ਦੀ ਸੰਗਤ, ਸ਼ੁਭ ਗੁਣਾਂ ਦੀ ਸੰਗਤ, ਇਸ ਦੀ ਪ੍ਰੀਤ, ਇਹ ਗੁਰੂ ਦੇ ਪਿਆਰੇ ਸਿੱਖ ਦੇ ਹਿੱਸੇ ਆਉਂਦੀ ਹੈ ਸਾਧ ਸੰਗਤ। ਤੇ ਗੁਰੂ ਦਾ ਪਿਆਰਾ ਸਿੱਖ ਆਪਣੇ ਜੀਵਨ ਵਿੱਚ ਗੁਣਾਂ ਨੂੰ ਵਿਹਾਜਦਾ ਹੈ, ਸ਼ੁਭ ਗੁਣਾਂ ਨੂੰ। ਸਾਂਝ ਕਰੀ ਜੈ ਗੁਣਾ ਕੇਰੀ, ਛੋੜ ਅਵਗਣ ਚੱਲੀ ਹੈ। ਅਵਗੁਣਾਂ ਨੂੰ ਛੱਡ ਕੇ ਤੇ ਗੁਣਾਂ ਨੂੰ ਧਾਰਨ ਕਰਕੇ ਆਪਣੇ ਜੀਵਨ ਵਿੱਚ ਆਪਣੀ ਜ਼ਿੰਦਗੀ ਬਸਰ ਕਰਦਾ ਹੈ, ਬਤੀਤ ਕਰਦਾ ਹੈ। ਗੁਰੂ ਮਹਾਰਾਜ ਇਸ ਲਈ ਦੱਸਦੇ ਨੇ, ਕਹਿੰਦੇ ਭਾਈ ਜਿਹੜੇ ਇੱਦਾਂ ਬਗਲਾ ਕੈਟਾਗਰੀ ਦੇ ਲੋਕ ਨੇ ਨਾ, ਉਹਨਾਂ ਬਗਲਾ ਕੈਟਾਗਰੀ ਦੇ ਲੋਕਾਂ ਤੋਂ ਤੇ ਭਾਈ ਬਚ ਕੇ ਹੀ ਰਹਿਣਾ ਚਾਹੀਦਾ ਹੈ। ਸੰਗਤ ਕਰੋ ਗੁਣਾਂ ਦੀ, ਸਾਂਝ ਕਰੋ ਗੁਣਾਂ ਦੀ, ਸੰਗਤ ਕਰੋ ਗੁਰਮੁਖਾਂ ਦੀ। ਮਨਮੁਖਾਂ ਤੋਂ ਤੇ ਟੁੱਟੀ ਹੀ ਭਲੀ ਹੈ। ਮਨਮੁਖਾਂ ਨਾਲੋਂ ਟੁੱਟੀ ਆ ਭਲੀ, ਮਨਮੁਖਾਂ ਨਾਲੋਂ ਤੇ ਟੁੱਟੀ ਹੀ ਭਲੀ ਹੈ। ਗੁਰਮੁਖਾਂ ਦੀ ਸੰਗਤ ਕੀਤੀ ਜਾਵੇ। ਅਗਲੀ ਗੱਲ, ਪਾਤਸ਼ਾਹ ਜੀ ਹੁਣ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਦਾ ਸਲੋਕ ਹੈ, ਕਿਆ ਹੰਸ ਕਿਆ ਬਗਲਾ ਜਾ ਕਉ ਨਦਰ ਧਰੇ, ਜੇ ਤਿਸ ਭਾਵੈ ਨਾਨਕਾ ਖਾਗੋਂ ਹੰਸ ਕਰੇ। ਗੁਰੂ ਨਾਨਕ ਜੀ ਨੇ ਜਿੱਥੇ ਸਲੋਕ ਉਚਾਰਿਆ ਨਾ, ਮਹਲਾ ਪਹਿਲਾ ਦੇ ਸਿਰਲੇਖ ਹੇਠ ਦਰਜ ਹੋਇਆ, ਉੱਥੇ ਥੋੜ੍ਹੇ ਜਿਹੇ ਫਰਕ ਨਾਲ ਆਇਆ। ਕਿਆ ਹੰਸ ਕਿਆ ਬਗਲਾ ਜਾ ਕਉ ਨਦਰ ਕਰੇ, ਉੱਥੇ ਕਰੇ ਆਇਆ, ਇੱਥੇ ਧਰੇ ਆਇਆ ਹੈ। ਜੇ ਤਿਸ ਭਾਵੈ ਨਾਨਕਾ ਕਾਗੋਂ ਹੰਸ ਕਰੇ, ਇੱਥੇ ਜੇ ਆਇਆ, ਉੱਥੇ ਜੋ ਆਇਆ ਵਾ, ਜੋ ਤਿਸ ਭਾਵੈ ਨਾਨਕਾ। ਬਸ ਇੰਨੇ ਕੁ ਫਰਕ ਨਾਲ ਮਹਲਾ ਪਹਿਲਾ ਦੇ ਸਿਰਲੇਖ ਹੇਠ ਇਹ ਸਲੋਕ ਦਰਜ ਹੋਇਆ। ਤੇ ਇੱਥੇ ਇਹਦੇ ਅੱਗੇ ਸਲੋਕ ਦੇ ਕਰਤਾ ਦਾ ਨਾਮ ਤੇ ਹੈ ਨਹੀਂ, ਮਹਲਾ ਪਹਿਲਾ ਜਾਂ ਸ਼ੇਖ ਫਰੀਦ ਜੀ, ਕਿਉਂਕਿ ਨਾਨਕ ਸ਼ਬਦ ਇਹਦੇ ਵਿੱਚ ਆ ਗਿਆ। ਸੋ ਵਿਦਵਾਨ ਮੰਨਦੇ ਨੇ ਬਈ ਇਹ ਸਲੋਕ ਗੁਰੂ ਨਾਨਕ ਪਾਤਸ਼ਾਹ ਦਾ ਹੈ। ਥੋੜ੍ਹੇ ਬਹੁਤ ਫਰਕ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿੱਚੋਂ ਪ੍ਰਾਪਤ ਹੋ ਜਾਂਦਾ ਹੈ। ਆਪ ਜੀ ਲਿਖਦੇ ਨੇ, ਕਿਆ ਹੰਸ ਕਿਆ ਬਗਲਾ ਜਾ ਕਉ ਨਦਰ ਧਰੇ,
महाराज जी कहण लगे, भाई की हंस ते की बगला, जिहदे उपर परमेश्वर की बख्शिश हो जाए ना, रब जी की कृपा हो जाए, अकाल पुरख की बख्शिश हो जाए, जे तिस भावै नानका, जेकर परमेश्वर नूं भा जावे जीवन रब दे प्यारे दा, रब जी दे प्यारे दा जीवन परमेश्वर नूं भा जाए, चंगा लग जाए, ਉਹਦੀ ਘਾਲਣਾ ਥਾਂ ਪੈ ਜਾਵੇ, ਫਿਰ ਕੀ ਹੁੰਦਾ ਜੀ, ਕਾਗੋਂ ਹੰਸ ਕਰੇ, ਫਿਰ ਤੇ ਕਾਵਾਂ ਨੂੰ ਵੀ ਹੰਸ ਬਣਾ ਦਿੱਤਾ ਜਾਂਦਾ, ਫਿਰ ਤੇ ਕਾਂ ਵੀ ਹੰਸ ਬਣਦੇ ਨੇ, ਹੰਸ ਬਣ ਕੇ ਨਿਕਲਦੇ ਨੇ ਬਾਹਰ। ਤੇ ਕੋਈ ਤਾਰੀ ਲਾ ਕੇ ਕਾਂ ਹੰਸ ਬਣੇ ਨਾ ਬਣੇ, ਪਰ ਚੇਤਾ ਰੱਖਣਾ, ਗੁਰੂ ਦੀ ਸੰਗਤ ਰੂਪੀ ਆ ਸਰੋਵਰ ਹੈ ਨਾ ਜਿਹੜਾ, ਜਿੱਥੇ ਗੁਰੂ ਦੀਆਂ ਵਡਿਆਈਆਂ ਹੁੰਦੀਆਂ, ਜਿੱਥੇ ਸਤਿਗੁਰੂ ਦੇ ਦਰ ਦੀ ਬਾਤ ਪਾਈ ਜਾਂਦੀ, ਜਿਸ ਸੰਗਤ ਰੂਪੀ ਸਰੋਵਰ ਦੇ ਵਿੱਚ ਕਿਸੇ ਕਾਂ ਬਿਰਤੀ ਵਾਲੇ ਮਨੁੱਖ ਦੀ ਸੁਰਤ ਇਸ਼ਨਾਨ ਕਰ ਲਵੇ ਨਾ, ਦਾਵਾ ਕਰਦੇ ਹਾਂ ਸਾਧ ਸੰਗਤ ਇੱਥੋਂ ਜ਼ਰੂਰ ਹੰਸ ਬਣ ਕੇ ਨਿਕਲੇਗਾ। ਬਣੇ ਨੇ, ਬਹੁਤ ਬਣੇ ਨੇ, ਗੁਰੂ ਦੀ ਸੰਗਤ ਵਿੱਚੋਂ ਬੜੇ ਕਾਂ ਬਿਰਤੀ ਵਾਲੇ ਹੰਸ ਬਣੇ ਹਨ, ਹੰਸ ਬਿਰਤੀ ਵਾਲੇ ਬਣੇ ਹਨ। ਕਾਂ ਬਿਰਤੀ ਤੋਂ ਭਾਵ ਕਾਂ ਨੇ ਕੀ ਖਾਣਾ ਹੁੰਦਾ ਜੀ, ਗੰਦਗੀ ਖਾਣੀ ਹੁੰਦੀ ਆ, ਝੂਠਿਆਂ 'ਚ ਭਾਂਡਿਆਂ 'ਚ ਮੂੰਹ ਮਾਰਨਾ ਹੁੰਦਾ, ਝੂਠ 'ਚ ਮੂੰਹ ਮਾਰਨਾ, ਕਾਂ ਦਾ ਕੰਮ ਇਹੀ ਹੁੰਦਾ। ਤੇ ਕਾਂ ਬਿਰਤੀ ਵਾਲਿਆਂ ਦਾ ਕੰਮ ਵੀ ਇਹੀ ਹੁੰਦਾ, ਬਸ ਝੂਠ ਪਿੱਛੇ ਫਿਰੀ ਜਾਣਾ, ਝੂਠੇ ਪਦਾਰਥਾਂ ਪਿੱਛੇ ਫਿਰੀ ਜਾਣਾ, ਮੋਹ ਮਾਇਆ ਪਿੱਛੇ ਫਿਰੀ ਜਾਣਾ, ਵਿਸ਼ੇ ਵਿਕਾਰਾਂ ਪਿੱਛੇ ਫਿਰੀ ਜਾਣਾ, ਔਗਣਾ ਤੇ ਅਗਿਆਨਤਾ ਪਿੱਛੇ ਫਿਰੀ ਜਾਣਾ, ਨਸ਼ਿਆਂ ਪਿੱਛੇ ਫਿਰੀ ਜਾਣਾ। ਕਾਂ ਬਿਰਤੀ ਵਾਲੇ ਲੋਕਾਂ ਦਾ ਕੰਮ ਵੀ ਇਹ ਹੁੰਦਾ ਵਾ। ਤੇ ਜਦੋਂ ਸਤਿਗੁਰੂ ਦੀ ਸੰਗਤ ਵਿੱਚ ਆ ਕੇ ਬੈਠਦੇ ਨੇ, ਜੀਵਨ ਦੀ ਅਹਿਮੀਅਤ ਨੂੰ ਸਮਝਦੇ ਨੇ, ਇਹ ਜ਼ਿੰਦਗੀ, ਇਹ ਜੀਵਨ ਇੱਕੋ ਵਾਰ ਮਿਲਿਆ, ਬਾਰ-ਬਾਰ ਨਹੀਂ ਮਿਲਦਾ, ਤੇ ਇਹਨੂੰ ਸਫਲ ਕਰਨਾ, ਅਸੀਂ ਇਹਨੂੰ ਅਕਾਰਥ ਬੇਕਾਰ ਨਹੀਂ ਕਰਨਾ। ਕੋਈ ਪਤਾ ਨਹੀਂ ਇਹ ਜ਼ਿੰਦਗੀ ਦੀ ਪਤੰਗ ਕਦੋਂ ਕੱਟੀ ਜਾਏ, ਕਦੋਂ ਇਹਦੀ ਡੋਰ ਟੁੱਟ ਜਾਏ, ਕਦੋਂ ਇਹਦੀ ਤੰਦ ਟੁੱਟ ਜਾਏ, ਕੋਈ ਭਰੋਸਾ ਨਹੀਂ, ਕੋਈ ਪਤਾ ਨਹੀਂ। ਤੇ ਜਦੋਂ ਇਹ ਸਮਝ ਆ ਜਾਂਦੀ ਹੈ ਨਾ, ਸੁਰਤ ਇਹ ਮਨ ਵਿੱਚ ਪੈਦਾ ਹੁੰਦੀ ਹੈ, ਜਦੋਂ ਗੁਰੂ ਇਹ ਚੇਟਕ ਲਾ ਦਿੰਦਾ, ਚਣਗ ਲਾ ਦਿੰਦਾ, ਹਲੂਣਾ ਦੇ ਦਿੰਦਾ, ਜਗਾ ਦਿੰਦਾ, ਫਿਰ ਸੁਰਤ ਜਾਗ ਕੇ ਕਾਂ ਬਿਰਤੀ ਨੂੰ ਤਿਆਗ ਕੇ ਹੰਸ ਬਿਰਤੀ ਨੂੰ ਧਾਰਨ ਕਰ ਲੈਂਦੀ ਆ। ਫਿਰ ਹੰਸਾਂ ਹੀਰਾ ਮੋਤੀ ਚੁਗਣਾ, ਫਿਰ ਭਾਈ ਹੰਸ ਬਿਰਤੀ ਬਣ ਕੇ ਇਹ ਹੀਰੇ ਮੋਤੀ ਨੂੰ ਚੁਗਦੇ ਨੇ। ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਫਿਰ ਇਹੀਓ ਮੱਤ, ਇਹਦੇ ਵਿੱਚ ਰਤਨ ਜਵਾਹਰ ਤੇ ਮਾਣਕ ਭਰੇ ਜਾਂਦੇ ਆ, ਜਿਹੜੀ ਮੱਤ ਵਿੱਚ ਪਹਿਲਾਂ ਪਤਾ ਨਹੀਂ ਕੀ ਕੀ ਗੰਦਮੰਦ ਭਰਿਆ ਪਿਆ ਹੋਇਆ ਸੀ। ਗੁਰੂ ਦੀ ਕਿਰਪਾ ਨਾਲ ਇਹ 'ਚ ਗੁਣ, ਇਹ 'ਚ ਚੰਗਿਆਈਆਂ ਵਡਿਆਈਆਂ ਭਰੀਆਂ ਜਾਂਦੀਆਂ ਨੇ ਸਾਧ ਸੰਗਤ। ਸੋ ਬਸ ਗੱਲ ਇੰਨੀ ਆ ਜੀ, ਸਾਰੀ ਦੀ ਸਾਰੀ ਕਹਾਣੀ ਇੱਥੇ ਖੜੋਤੀ ਹੋਈ। ਉਹ ਹੈ ਅੰਤਰ ਆਤਮੇ ਦਾ ਅਭਿਆਸ, ਸੁਰਤ ਦਾ ਅਭਿਆਸ, ਸੁਰਤ ਦੀ ਪ੍ਰੈਕਟਿਸ ਆ। ਸੁਰਤ ਨੂੰ ਅਸੀਂ ਵੱਧ ਤੋਂ ਵੱਧ ਅਭਿਆਸ ਦੇ ਰਾਹੀਂ ਉਵੇਂ ਦਾ ਬਣਾਉਣਾ ਜਿਵੇਂ ਦਾ ਗੁਰਬਾਣੀ ਵਿੱਚ ਟੀਚਾ ਦਿੱਤਾ ਗਿਆ ਹੈ। ਸੁਰਤ ਨੂੰ ਉਸ ਰੂਪ 'ਚ ਤਿਆਰ ਕਰਨਾ ਹੈ। ਅੱਗੇ ਹੈ ਜੀ, ਮਹਾਰਾਜ ਜੀ ਲਿਖਦੇ ਨੇ, ਅਗਲਾ ਸ਼ਲੋਕ ਨਾ ਸ਼ੇਖ ਫਰੀਦ ਜੀ ਦਾ ਆਪਣਾ ਸ਼ਲੋਕ ਹੈ। ਸ਼ੇਖ ਫਰੀਦ ਲਿਖਦੇ ਨੇ, ਸਰਵਰ ਪੰਖੀ ਹੇਖੜੋ ਫਾਹੀ ਵਾਲ ਪਚਾਸ, ਇਹ ਤਨ ਲਹਿਰੀ ਗੱਡ ਥਿਆ ਸੱਚੇ ਤੇਰੀ ਆਸ। ਸਰਵਰ ਪੰਖੀ ਹੇਕੜੋ ਫਾਹੀ ਵਾਲ ਪਚਾਸ। ਕਹਿੰਦੇ ਭਾਈ ਸਾਗਰ ਦੇ ਵਿੱਚ ਨਾ, ਜਗਤ ਰੂਪੀ ਸਾਗਰ ਦੇ ਵਿੱਚ ਪੰਛੀ ਹੇਕੜੋ, ਹੇਕੜੋ ਦਾ ਅਰਥ ਇੱਕੋ ਹੀ। ਇੱਕ ਨੂੰ ਨਾ ਲਹਿੰਦੀ ਭਾਸ਼ਾ 'ਚ ਕਈ ਵਾਰੀ ਹਿੱਕ ਕਹਿ ਦਿੱਤਾ ਜਾਂਦਾ ਵਾ। ਗੁਰਬਾਣੀ ਦੇ ਅੰਦਰ ਵੀ ਇਹ ਸ਼ਬਦ ਕਈ ਥਾਵਾਂ 'ਤੇ ਵਰਤਿਆ ਗਿਆ। ਹਿੱਕ ਉਹਦਾ ਅਰਥ ਇੱਕ ਹੈ। ਕਈ ਥਾਵਾਂ 'ਤੇ ਯੱਕ ਵੀ ਸ਼ਬਦ ਵਰਤਿਆ ਗਿਆ, ਉਹਦਾ ਅਰਥ ਵੀ ਇੱਕ ਹੈ। ਸੋ ਬੋਲੀ ਦਾ ਫਰਕ ਹੁੰਦਾ ਜੀ, ਭਾਸ਼ਾ ਦਾ ਫਰਕ ਹੁੰਦਾ, ਪਰ ਲੈ ਦੇ ਕੇ ਅਰਥ ਨੇ ਜਿਹੜੇ ਉਹ ਨੇੜੇ ਤੇੜੇ ਆ ਕੇ ਹੀ ਨਿਕਲਿਆ ਕਰਦੇ ਹੁੰਦੇ ਹਨ। ਹੁਣ ਇੱਥੋਂ ਦੱਸਣ ਲੱਗੇ, ਸਰਵਰ ਪੰਖੀ ਹੇਕੜੋ, ਜਗਤ ਰੂਪੀ ਸਰਵਰ ਦੇ ਵਿੱਚ, ਸਮੁੰਦਰ ਦੇ ਵਿੱਚ ਇੱਕ ਪੰਛੀ ਹੈ, ਜੀਵ ਰੂਪੀ ਪੰਛੀ। ਫਾਹੀ ਵਾਲ 50, ਤੇ ਫਾਹੀ ਲਾ ਕੇ ਇਹਨੂੰ ਫੜਨ ਵਾਲੇ
50 ਨੇ, ਭਾਵ ਬਹੁਤੇ ਨੇ। ਇੱਕ ਪੰਛੀ ਨੂੰ ਫੜਨ ਦੇ ਲਈ ਨਾ ਇਹਦੇ ਮਗਰ ਸ਼ਿਕਾਰੀ ਬਹੁਤੇ ਪਏ ਹੋਏ ਨੇ, ਬਹੁਤੇ ਹੀ ਨੇ। ਜਿਵੇਂ ਬਾਬਾ ਜੀ ਧਾਰਨਾ ਪੜ੍ਹਦੇ ਹੁੰਦੇ ਸੀ ਨਾ ਬਈ ਇਹ ਪੰਛੀ ਇਕੱਲਾ, ਇਹਦੇ ਮਗਰ ਸ਼ਿਕਾਰੀ ਬਹੁਤੇ। ਉਹ ਅਕਸਰ ਆਮ ਤੌਰ 'ਤੇ ਪੜ੍ਹਿਆ ਕਰਦੇ ਸਨ ਬਾਬਾ ਜਰਨੈਲ ਸਿੰਘ ਜੀ, ਅਤੇ ਸੰਗਤ ਵੀ ਕਈ ਵਾਰੀ ਪੜ੍ਹਦਿਆ ਕਰਦੀ ਸੀ ਉਹਨਾਂ ਦੇ ਨਾਲ। ਉਹਨਾਂ ਦਾ ਪ੍ਰਕਰਨ ਅਤੇ ਉਹਨਾਂ ਦਾ ਉਸ ਵੇਲੇ ਦਾ ਪ੍ਰਸੰਗ ਕੋਈ ਹੋਰ ਸੀ, ਪਰ ਇੱਥੇ ਦਾ ਪ੍ਰਕਰਨ ਅਤੇ ਇੱਥੇ ਦਾ ਪ੍ਰਸੰਗ ਕੋਈ ਹੋਰ ਹੈ। ਸਰਵਰ ਪੰਖੀ ਹੇਕੜੋ ਫਾਹੀ ਵਾਲ 50। ਕਹਿੰਦੇ ਪੰਛੀ ਇੱਕੋ ਹੀ ਆ ਭਾਈ, ਤੇ ਆਲੇ ਦਾਲੇ ਨਾ ਜਾਲ ਲਾ ਕੇ ਸ਼ਿਕਾਰੀ ਚੋਗਾ ਚਾਗਾ ਖਿਡਾ ਕੇ ਵਾਲੇ ਬੈਠੇ ਆ, ਬਹੁਤੇ ਬੈਠੇ ਆ। ਤੇ ਉਹ ਜਿਹੜੇ ਬਹੁਤੇ ਪੰਛੀ, ਬਹੁਤੇ ਸ਼ਿਕਾਰੀ ਨੇ, ਪੰਛੀ ਨੂੰ ਫੜਨਾ ਚਾਹੁੰਦੇ ਨੇ। ਤੇ ਪੰਛੀ ਕੱਲਾ ਵੀ ਆ ਤੇ ਥੋੜਾ ਜਿਹਾ ਝੱਲਾ ਵੀ ਆ। ਕੱਲਾ ਤੇ ਹੈ ਹੀ, ਸਰ ਜਾਏਗਾ ਜੇ ਇਕੱਲਾ ਹੋਵੇ, ਝੱਲਾ ਨਾ ਹੋਵੇ। ਇਹ ਥੋੜਾ ਜਿਹਾ ਝੱਲਾ ਵੀ ਆ। ਤੇ ਇਹ ਮਨ ਪੰਛੀ ਦੀ ਗੱਲ ਹੋ ਰਹੀ ਹੈ ਜੀ ਇੱਥੇ ਉਹ ਦੂਜੇ ਪਾਸੇ ਨਾ ਗੱਲ ਲੈ ਕੇ ਜਾਣੀ, ਬਾਬਾ ਜੀ ਵਾਲੇ ਪਾਸੇ। ਇੱਥੇ ਮਨ ਪੰਛੀ ਦੀ ਗੱਲ ਕਰ ਰਹੇ ਆ। ਇਹ ਮਨ ਪੰਛੀ ਕੱਲਾ ਵੀ ਹੈ ਤੇ ਥੋੜਾ ਜਿਹਾ ਝੱਲਾ ਵੀ ਹੈ। ਝੱਲਾ ਕਿਉਂ ਹੈ ਜੀ? ਮਾਇਆ ਦੇ ਪ੍ਰਭਾਵ ਕਰਕੇ, ਮਾਇਆ ਦੇ ਅਸਰ ਕਰਕੇ। ਤੇ ਕਈ ਵਾਰੀ ਨਾ ਮਾਇਆ ਦਾ ਭਰਮਾਇਆ ਹੋਇਆ ਇਹ ਮਨ ਜਿੱਥੇ ਇਹਨੂੰ ਚੋਗਾ ਪਈ ਮਿਲਦੀ ਤੇ ਉੱਥੇ ਹੀ ਜਾ ਕੇ ਬੈਠ ਜਾਂਦਾ, ਤੇ ਫਿਰ ਚੋਗੇ 'ਚ ਇੰਨਾ ਕੁ ਮਸਤ ਹੋ ਜਾਂਦਾ ਬਈ ਆਸੇ ਪਾਸੇ ਦਾ ਤੇ ਖਿਆਲ ਹੀ ਛੱਡ ਦਿੰਦਾ। ਕੋਈ ਸ਼ਿਕਾਰੀ ਵੀ ਬੈਠਾ ਜਾਲ ਲਾਈ, ਉਹਨੇ ਜਾਲ ਇੱਦਾਂ ਸੁੱਟ ਕੇ ਫੜ ਲੈਣਾ ਵਾ, ਇਹ ਤੇ ਧਿਆਨ ਹੀ ਨਹੀਂ ਰਹਿੰਦਾ, ਇੱਕ ਪਾਸੇ ਬਿਰਤੀ ਕੇਂਦਰਿਤ ਹੋ ਜਾਂਦੀ। ਜਿੱਦਾਂ ਪਾਤਸ਼ਾਹ ਨੇ ਲਿਖਿਆ ਨਾ, ਅਤ ਸਿਆਣੀ ਸੋਹਣੀ ਕਿਉਂ ਕੀਤੋ ਵਿਸਾ, ਮਛਲੀ ਜਾਲ ਨਾ ਜਾਣਿਆ ਸਰ ਖਾਰਾ ਅਸਗਾ, ਅਤ ਸਿਆਣੀ ਸੋਹਣੀ ਕਿਉਂ ਕੀਤੋ ਵਿਸਾ। ਪਾਤਸ਼ਾਹ ਨੇ ਉੱਥੇ ਮਛਲੀ ਦੀ ਵੀ ਗੱਲ ਕਰਕੇ ਨਾ ਉਦਾਹਰਣ ਦੇ ਕੇ ਸਮਝਾਇਆ। ਕਹਿੰਦੇ ਮਛਲੀ ਬੜੀ ਚੰਚਲ ਗੁੰਦੀ, ਬਿਰਤੀ ਉਹਦੀ ਬੜੀ ਚੰਚਲ ਗੁੰਦੀ। ਪਾਣੀ ਦੇ ਵਿੱਚ ਤੈਰਦੀ ਫਿਰਦੀ ਹੋਵੇ ਤੇ ਤੁਸੀਂ ਹੱਥ ਨਾਲ ਉਹਨੂੰ ਫੜਨ ਦੀ ਕੋਸ਼ਿਸ਼ ਕਰੋ, ਹੱਥ ਨਹੀਂ ਆਏਗੀ। ਉਹਨੇ ਜਦੀ ਦੌੜ ਜਾਣਾ, ਜਦੋਂ ਹੱਥ ਲੱਗਿਆ ਜਦੇ ਦੌੜ ਜਾਣਾ। ਬੜੀ ਚੰਚਲ ਹੈ, ਬੜੀ ਤੇਜ਼ ਤਰਾਰ ਹੈ। ਪਰ ਕਹਿੰਦੇ ਮਛਲੀ ਇੰਨੀ ਚੰਚਲ, ਇੰਨੀ ਸੋਹਣੀ, ਇਹ ਵੀ ਉਲਝ ਗਈ। ਜਦੋਂ ਕਿਸੇ ਨੇ ਕੁੰਡੀ ਨਾਲ ਆਟਾ ਪਾ ਕੇ ਤੇ ਤਾਗੇ ਨਾਲ ਬੰਨ੍ਹ ਕੇ ਉਹ ਕੁੰਡੀ ਪਾਣੀ 'ਚ ਸੁੱਟੀ ਨਾ, ਇਹਨੇ ਕੁੰਡੀ ਨਹੀਂ ਵੇਖੀ, ਉਹ ਤੇ ਦਿਸੀ ਹੀ ਨਹੀਂ, ਉਹਦੇ ਉੱਪਰ ਤੇ ਆਟਾ ਲੱਗਿਆ ਹੋਇਆ ਸੀ। ਉਹ ਭਲੀਏ ਤਾਗਾ ਤੇ ਦੀਂਦਾ ਸੀ ਨਾ ਲਟਕਦਾ, ਤੇ ਸਾਹਮਣੇ ਬੈਠਾ ਸ਼ਿਕਾਰੀ ਵੀ ਦਿਸਦਾ ਸੀ ਨਾ, ਜਿਹਦੇ ਹੱਥ 'ਚੋਂ ਤਾਗਾ ਫੜਿਆ ਹੋਇਆ ਸੀ। ਕਿਉਂ ਕੀਤੋ ਵਿਸਾ, ਤੂੰ ਭਰੋਸਾ ਕਿਉਂ ਕੀਤਾ? ਕਿ ਤੈਨੂੰ ਰਜਾਉਣ ਨਹੀਂ ਸੀ ਆਇਆ, ਇਹ ਤੈਨੂੰ ਲੁੱਟਣ ਆਇਆ ਸੀ, ਤੈਨੂੰ ਮਾਰਨ ਆਇਆ ਸੀ, ਤੈਨੂੰ ਫੜਨ ਆਇਆ ਸੀ, ਤੈਨੂੰ ਕੈਦ ਕਰਨ ਆਇਆ ਸੀ। ਕਿਉਂ ਕੀਤੋ ਵਿਸਾ। ਸਰਵਰ ਪੰਖੀ ਹੇਕੜੋ ਫਾਹੀ ਵਾਲ 50। ਇਸ ਇਕੱਲੀ ਜਿੰਦ ਲਈ, ਇਕੱਲੇ ਮਨ ਲਈ ਪਤਾ ਨਹੀਂ ਕਿੰਨੇ ਕੋਈ ਸ਼ਿਕਾਰੀ ਆ ਜਿਹੜੇ ਜਾਲ ਤਣੀ ਬੈਠੇ ਹੋਏ ਆ। ਕਾਮ ਆ, ਕ੍ਰੋਧ ਆ, ਲੋਭ, ਮੋਹ, ਅਹੰਕਾਰ, ਪਤਾ ਨਹੀਂ ਕਿੰਨੇ ਤਰ੍ਹਾਂ ਦਾ ਚੋਗਾ ਸੁੱਟਿਆ ਹੋਇਆ ਆਲੇ ਦਾਲੇ, ਜਿਹਨੂੰ ਮਨ ਦੇਖਦਾ ਤੇ ਮਨ ਕਈ ਵਾਰੀ ਉਸ ਚੋਗੇ ਤੇ ਫਿਰ ਲਲਚਾ ਜਾਂਦਾ। ਕੀ ਹੁੰਦਾ ਜੀ? ਲਲਚਾ ਜਾਂਦਾ ਮਨ। ਫਿਰ ਨਾ ਇਹਨੂੰ ਸਿਰਫ ਉਹ ਸਾਹਮਣੇ ਪਿਆ ਚੋਗਾ ਦਿਸਦਾ ਹੁੰਦਾ, ਆਲੇ ਦੁਆਲੇ ਲੱਗੇ ਹੋਏ ਜਾਲ ਨਹੀਂ ਦਿਸਦੇ ਹੁੰਦੇ, ਮਾਇਆ ਦਾ ਪਸਾਰਾ ਨਹੀਂ ਦਿਸਦਾ ਹੁੰਦਾ, ਵਿਕਾਰਾਂ ਦੀ ਫਿਸਲਣਬਾਜ਼ੀ ਨਹੀਂ ਦਿਸਦੀ ਹੁੰਦੀ। ਸਿਰਫ ਸਾਹਮਣੇ ਇਹਦਾ ਧਿਆਨ ਇਕੱਲੇ ਚੋਗੇ ਤੇ ਹੋ ਜਾਂਦਾ। ਤੇ ਜਦੋਂ ਚੋਗੇ ਤੇ ਧਿਆਨ, ਫਿਰ ਬਸ ਉਸੇ ਪਾਸੇ ਜਾਂਦਾ, ਹੌਲੀ 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 ਹੌਲੀ। ਇਸ ਤੋਂ ਪਹਿਲਾਂ ਇਹ ਚੋਗਾ ਚੁਗੇ ਜਾਲ ਤੇ ਤਿਆਰ ਨੇ। ਉਹ ਚੋਗਾ ਇਹਨੂੰ ਰਜਾਉਣ ਵਾਸਤੇ ਥੋੜ੍ਹੀ ਸੀ, ਇਹਨੂੰ ਫੜਨ ਵਾਸਤੇ ਸੀ। ਉਸੇ ਨਾਲ ਤੇ ਹੋਰਾਂ ਨੂੰ ਫੜਨਾ।
ਚੋਗਾ ਤੇ ਉਹੀ ਆ, ਬਸ ਉਹਨਾਂ ਕੀ ਆ, ਉਸੇ ਨਾਲ ਹੋਰਾਂ ਨੂੰ ਫੜਨਾ, ਉਸੇ ਨਾਲ ਫੜਨਾ। ਸੋ ਮਹਾਰਾਜ ਜੀ ਦੱਸਦੇ ਨੇ, ਕਹਿੰਦੇ ਇਹ ਤਨ ਲਹਿਰੀ ਗੱਡ ਥੀਆ, ਸੱਚੇ ਤੇਰੀ ਆਸ। ਕਹਿੰਦੇ ਇੱਕ ਤੇ ਭਾਈ ਜੀਵ ਮਨ ਕੱਲਾ ਵਾ, ਦੂਜਾ ਇਹਨੂੰ ਫੜਨ ਵਾਲੇ ਪਤਾ ਨਹੀਂ ਕਿੰਨੇ ਕੁ ਨੇ, ਜਿਹੜੇ ਜਾਲ ਲਾਈ ਬੈਠੇ ਨੇ, ਜਿਨ੍ਹਾਂ ਨੇ ਚੋਗਾ ਪਾਣਾ ਵਾ, ਤੇ ਤੀਜਾ ਲਹਿਰਾਂ ਉੱਠ ਖੜੀਆਂ ਆਸੇ ਪਾਸੇ। ਇਹ ਤਨ ਲਹਿਰੀ ਗੱਡ ਥੀਆ, ਸਾਗਰ 'ਚ ਲਹਿਰਾਂ ਉੱਠ ਖੜੀਆਂ। ਹਾਲਾਤ ਇਵੇਂ ਦੇ ਬਣ ਗਏ। ਜੇ ਆਪਾਂ ਆਪਣੀ ਜ਼ਿੰਦਗੀ ਦੀ ਗੱਲ ਕਰੀਏ ਨਾ, ਤੇ ਜ਼ਿੰਦਗੀ 'ਚ ਹਾਲਾਤ ਇਵੇਂ ਦੇ ਬਣ ਗਏ। ਲਹਿਰਾਂ ਉੱਠਣ ਤੋਂ ਭਾਵ ਵੀ ਹਾਲਾਤ ਉੱਦਾਂ ਦੇ ਹੀ ਬਣ ਗਏ, ਜਿਵੇਂ ਦਾ ਸ਼ਿਕਾਰੀ ਨੇ ਚਾਹਿਆ ਸੀ ਵੀ ਇੱਦਾਂ ਦੇ ਹਾਲਾਤ ਜੇ ਹੋਣ ਤੇ ਇਹਨਾਂ 'ਚ ਇਹਨੂੰ ਫਸਾਇਆ ਜਾ ਸਕਦਾ। ਹਾਲਾਤ ਵੀ ਉਵੇਂ ਦੇ ਬਣ ਗਏ। ਸੱਚੇ ਤੇਰੀ ਆਸ, ਹੇ ਸੱਚੇ ਮਾਲਕ, ਹੇ ਸੱਚੇ ਰੱਬ, ਹੁਣ ਤੇ ਬਸ ਤੇਰੀ ਆਸ ਹੈ, ਹੁਣ ਤੇ ਬਸ ਤੇਰੇ ਉੱਪਰ ਟੇਕ ਹੈ। ਜੇ ਤੂੰ ਕਿਰਪਾ ਕਰੇ ਤਾਂ ਇਹ ਜਾਲ ਟੁੱਟ ਸਕਦਾ ਮਾਇਆ ਦਾ। ਜੇ ਤੂੰ ਕਿਰਪਾ ਕਰੇ ਤਾਂ ਇਥੋਂ ਮਾਇਆ ਦੇ ਵਿੱਚੋਂ ਨਿਕਲਿਆ ਜਾ ਸਕਦਾ ਵਾ। ਨਹੀਂ, ਮਾਇਆ ਦੀ ਕੁੰਡੀ ਨੂੰ ਕੱਢ ਦੇਣਾ ਤੇ ਮਾਇਆ ਦੇ ਜਾਲ ਵਿੱਚੋਂ ਨਿਕਲ ਜਾਣਾ ਬਹੁਤ ਔਖਾ ਹੈ, ਬਹੁਤ ਜ਼ਿਆਦਾ ਔਖਾ ਹੈ, ਬੇਜਾਈ ਔਖਾ ਹੈ ਸਾਧ ਸੰਗਤ। ਸੋ ਇਉਂ ਅੱਜ ਦੇ ਇਸ ਸਮੇਂ ਵਿੱਚ ਆਪਾਂ 22 ਨੰਬਰ ਸ਼ਲੋਕ ਤੋਂ ਵਿਚਾਰ ਸ਼ੁਰੂ ਕੀਤੀ ਸੀ। ਕੁੱਲ 4 ਸ਼ਲੋਕਾਂ ਦੀ ਆਪਾਂ ਵਿਚਾਰ ਕੀਤੀ, 22, 23, 24 ਅਤੇ 25। ਪਹਿਲੇ 3 ਸ਼ਲੋਕ ਤੇ ਗੁਰੂ ਪਾਤਸ਼ਾਹ ਦੇ ਸਨ, 2 ਸ਼ਲੋਕ ਗੁਰੂ ਅਮਰਦਾਸ ਜੀ ਦੇ, ਤੇ ਤੀਸਰਾ ਸ਼ਲੋਕ ਗੁਰੂ ਨਾਨਕ ਪਾਤਸ਼ਾਹ ਜੀ ਦਾ, ਤੇ ਚੌਥਾ ਸ਼ਲੋਕ ਸ਼ੇਖ ਫਰੀਦ ਜੀ ਦਾ ਆਪਣਾ ਸ਼ਲੋਕ ਸੀ। ਇਹਨਾਂ 4 ਸ਼ਲੋਕਾਂ ਦਾ ਭਾਵ ਜੋ ਰਲਮਾ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਉਹ ਇਹੋ ਹੈ ਭਾਈ। ਪਹਿਲੀ ਗੱਲ ਤੇ ਬਿਰਤੀ ਨੂੰ ਪਰਖ ਹੋਵੇ ਚੰਗੇ ਅਤੇ ਮਾੜੇ ਦੀ, ਹੰਸ ਅਤੇ ਬਗਲੇ ਦੀ, ਤੇ ਦੂਜੀ ਗੱਲ ਆਪਣੀ ਮੰਜ਼ਿਲ ਆਪਣੇ ਠਿਕਾਣੇ ਦਾ ਪਤਾ ਹੋਵੇ। ਤੀਸਰੀ ਗੱਲ ਉਸ ਮੰਜ਼ਿਲ 'ਤੇ ਪਹੁੰਚਣ ਦੇ ਲਈ, ਟਿਕਾਣੇ ਨੂੰ ਪ੍ਰਾਪਤ ਕਰਨ ਦੇ ਲਈ ਰਸਤੇ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਤੇ ਮੁਸੀਬਤਾਂ ਦਾ ਬੋਧ ਹੋਵੇ, ਪਤਾ ਹੋਵੇ, ਤੇ ਉਹਨਾਂ ਤੋਂ ਬਚ ਕੇ ਫਿਰ ਭਾਈ ਸਮਾਂ ਰਹਿੰਦੇ ਆਪਣੀ ਮੰਜ਼ਿਲ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਯਤਨ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਵਿੱਚੋਂ ਜੋ ਸੇਧ ਬਖਸ਼ਿਸ਼ ਕੀਤੀ ਉਸ ਨੂੰ ਆਪਾਂ ਆਪਣੇ ਜੀਵਨ ਦਾ ਹਿੱਸਾ ਬਣਾਈਏ, ਤਾਂ ਜੋ ਇਹ ਜਨਮ ਜੀਵਨ ਸਫਲ ਸੁਖੀਆ ਸੁਹੇਲਾ ਹੋਵੇ। ਇੰਨੀ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ। ਗੁਰਮਤਿ ਵਿਚਾਰ ਦੀ ਸਾਂਝ ਪਾਉਂਦਿਆਂ ਹੋਈਆਂ ਭੁੱਲਾਂ ਲਈ ਆਪ ਜੀ ਨੇ ਖਿਮਾ ਬਖਸ਼ਿਸ਼ ਕਰਨੀ। ਸਤਿਗੁਰੂ ਮਿਹਰ ਕਰਨ।